ਹਾਜ਼ਰੀਆਂ ਗੁਰੂ ਕਾ ਬਖਸ਼ਿਆ। ਫਤਿਹ ਦਾ ਨਾਰਾ ਕਰੀਏ ਬੁਲੰਦ, ਉਪਰੰਤ ਬਾਣੀ ਦੇ ਵਿਚਾਰ ਨਾਲ ਜੁੜਨਾ ਕਰਾਂਗੇ। ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਝ ਮਹਲਾ ਪੰਜਵਾ। ਰੈਣ ਸੁਹਾਵਣੀ ਦਿਨ ਸੁਹੇਲਾ, ਜਪਿ ਅੰਮ੍ਰਿਤ ਨਾਮ ਸੰਤ ਸੰਗ ਪਹਿਲਾ। ਘੜੀ ਮੂਰਤ ਸਿਮਰਤ ਪਲ ਵੰਜੇ, ਜੀਵਨ ਸਫਲ ਤਿਥਾਈ ਜੀਓ। ਘੜੀ ਮੂਰਤ ਸਿਮਰਤ ਪਲ ਵੰਜੇ, ਜੀਵਨ ਸਫਲ ਤਿਥਾਈ ਜੀਓ। ਵਾਹਿਗੁਰੂ। ਇਹ ਪਵਿੱਤਰ ਬਚਨ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਛਤਰ ਚਬਰ ਤਖਤ ਦੇ ਮਾਲਕ, ਹਲਤ ਪਲਤ ਕੇ ਰੱਖਿਅਕ, ਦੋ ਜਹਾਨ ਕੇ ਵਾਲੀ ਆਪ ਪਰਮੇਸ਼ਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸ਼੍ਰੀ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 107 ਉੱਪਰ ਸੁਭਾਏਮਾਨ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਿੱਖ ਸੰਗਤਾਂ ਨੂੰ ਪਰਮੇਸ਼ਰ ਦੇ ਨਾਮ ਦੀ ਮਹਿਮਾ ਦੱਸ ਰਹੇ ਹਨ। ਸਿੱਖ ਸੰਗਤਾਂ ਅਨੇਕਾਂ ਤਰ੍ਹਾਂ ਦੇ ਬਚਨ ਕਰਦੀਆਂ ਹਨ, ਬੇਨਤੀਆਂ ਕਰਦੀਆਂ, ਪੁੱਛਣਾ ਕਰਦੀਆਂ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਉਹਨਾਂ ਦੇ ਬਚਨਾਂ ਦਾ ਜਵਾਬ ਆਪਣੀ ਪਵਿੱਤਰ ਰਸਨਾ ਬਾਣੀ ਰਾਹੀਂ ਦੇਣਾ ਕਰਦੇ ਹਨ। ਤੋ ਪਿੱਛੇ ਸਰਵਣ ਕੀਤਾ ਸੀ, ਸਿੱਖਾਂ ਨੇ ਪੁੱਛਿਆ ਮਹਾਰਾਜ ਤੁਸੀਂ ਜਿਸ ਨਾਮ ਦੀ ਇਤਨੀ ਮਹਿਮਾ ਕਰਦੇ ਹੋ, ਇਹ ਨਾਮ ਕਿੱਥੇ ਬੈਠ ਕੇ ਜਪਿਆ ਜਾਵੇ? ਕਿਹੜੀ ਜਗ੍ਹਾ ਨਾਮ ਜਪਣ ਲਈ ਪਵਿੱਤਰ ਹੈ? ਪਾਤਸ਼ਾਹ ਕਹਿੰਦੇ ਭਲਿਓ ਨਾਮ ਨੇ ਪਵਿੱਤਰ ਕਰਨੀ ਹੈ। ਜਗ੍ਹਾ ਤਾਂ ਨਾ ਕੋਈ ਚੰਗੀ ਹੈ ਤੇ ਨਾ ਕੋਈ ਮਾੜੀ ਹੈ, ਵੈਸੇ ਜਿੱਥੇ ਬੈਠ ਕੇ ਨਾਮ ਜਪਿਆ ਜਾਂਦਾ ਉਹ ਜਗ੍ਹਾ ਵੀ ਉੱਤਮ ਹੋ ਜਾਂਦੀ ਹੈ। ਜਿੱਥੇ ਜਾਏ ਵਾਹੈ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਉਹ ਥਾਂ ਵੀ ਉੱਤਮ ਹੋ ਜਾਂਦੇ ਨੇ। ਜਿਵੇਂ ਕੱਲ੍ਹ ਆਪਾਂ ਸਰਵਣ ਕੀਤਾ ਕਿ ਸਾਰੀ ਉਮਰ ਕਬੀਰ ਸਾਹਿਬ ਜੀ ਨੇ ਕਾਸ਼ੀ ਦੇ ਵਿੱਚ ਕੱਢੀ। ਆਖਰੀ ਸਮੇਂ ਜ਼ਿੰਦਗੀ ਦੇ ਆਖਰੀ ਪੜਾਅ 'ਤੇ ਜਾਣ ਬੁੱਝ ਕੇ ਉਹਨਾਂ ਨੇ ਕਾਸ਼ੀ ਛੱਡ ਕੇ ਮਗਹਰ ਦੀ ਭੂਮੀ ਵਿੱਚ ਜਾ ਕੇ ਵਸਣਾ ਕੀਤਾ। ਭਾਵ ਉੱਥੇ ਵਸਣਾ ਕੀਤਾ ਜਿੱਥੇ ਬ੍ਰਾਹਮਣਾਂ ਨੇ ਭਰਮ ਪਾਤਾ ਸੀਗਾ ਵੀ ਜਿਹੜਾ ਉੱਥੇ ਵਸੂਗਾ ਉਹ ਮਰ ਕੇ ਗਧੇ ਦੀ ਜੂਨ 'ਚ ਪਊਗਾ। ਤੇ ਕਬੀਰ ਸਾਹਿਬ ਨੇ ਇਹ ਭਰਮ ਕੱਢਣ ਵਾਸਤੇ ਕਹਿੰਦੇ ਜਿਹੜਾ ਨਾਮ ਜਪਦਾ ਉਹ ਕਿਸੇ ਜੂਨ ਵਿੱਚ ਨਹੀਂ ਜਾਂਦਾ, ਜਿੱਥੇ ਮਰਜੀ ਸਰੀਰ ਤੇ ਆ ਕੇ। ਸੰਸਾਰ ਦੇ ਅਨੇਕਾਂ ਭਰਮ ਕੱਢਣ ਵਾਸਤੇ ਗੁਰੂਆਂ ਨੇ, ਭਗਤਾਂ ਨੇ ਬਹੁਤ ਸਾਰਾ ਖਰਚਾ ਵੀ ਕੀਤਾ, ਜ਼ਿੰਦਗੀ ਦਾ ਵੀ ਕੀਤਾ, ਮਾਇਆ ਦਾ ਵੀ ਕੀਤਾ। ਜਿਸ ਤਰ੍ਹਾਂ ਖਾਲਸਾ ਪੰਥ ਸਾਜਿਆ, ਉਸ ਤੋਂ ਪਹਿਲਾਂ ਸਿੱਖਾਂ ਨੂੰ ਬ੍ਰਾਹਮਣਾਂ ਨੇ ਬਹੁਤ ਵਾਰੀ ਇਹੋ ਜਿਹੀਆਂ ਗੱਲਾਂ ਕਹੀਆਂ ਵੀ ਤੁਸੀਂ ਦੇਵੀ ਪ੍ਰਗਟ ਕਰ ਲਓ, ਤੁਹਾਡੀ ਮਦਦ ਕਰੇਗੀ, ਤੁਸੀਂ ਹੋਮ ਕਰੋ, ਹਵਨ ਕਰੋ, ਜਪ ਕਰੋ, ਆਦਿ ਆਦਿ। ਭਾਵ ਆਪਣੇ ਕਰਮਕਾਂਡ ਪਖੰਡਾਂ ਦੇ ਚੱਕਰ ਵਿੱਚ ਜਾਲ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ। ਤੇ ਜਦ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਇਹਨਾਂ ਗੱਲਾਂ ਦਾ ਪਤਾ ਲੱਗਿਆ ਤੇ ਉਹਨਾਂ ਨੇ ਫਿਰ ਇਹਨਾਂ ਬ੍ਰਾਹਮਣਾਂ ਦੇ ਸ਼੍ਰੋਮਣੀ ਬ੍ਰਾਹਮਣ ਕੇਸ਼ਵ ਦਾਸ ਨੂੰ ਸੱਦ ਲਿਆ ਤੇ ਪੁੱਛਿਆ ਵੀ ਤੁਸੀਂ ਰੋਜ਼ ਕਹਿੰਦੇ ਹੋ ਦੇਵੀ ਪ੍ਰਗਟ ਕਰ ਲਓ, ਚੱਲ ਕਰਕੇ ਦੇ ਸਾਨੂੰ। ਹੁਣ ਕੇਸ਼ਵ ਦਾਸ ਫਸ ਗਿਆ
क्योंकि वो तो आम जनता नूं चक्कर च पाउणा चाहुंदे सी। ते गुरु साहब नूं की जवाब देवे, कहना पिया जी कर दूंगा। हुण नवीं ब्याहण सोचदा, कहण लग्या पर तुहाडे कोलों इन्ना खर्चा नहीं होना, खर्चा बहुत हो जाता। किन्ना कुछ हो जाऊगा? ये घट्टो घट्ट 1.25 लाख रुपये की समग्री लग जूगी, बस इन्ना ही। नहीं 1.25 लाख मेरी दक्षिणा भी आ। अच्छा 2.5 लाख, हाँ जी इन्ना खर्चा हो जाऊगा। सोडे कोले किहड़ा कोई राज भाग है, तुसीं कित्थों इन्ना खर्चा कर दोगे? ये वामन इदां ही आ, नाले दस दिंदे आ, नाले डरा दिंदे आ, नाले आप भज्जण दा रस्ता लभ लैंदे आ। कहो सतनाम श्री। पातशाह जी अपने खजानची नूं बुलाउंदे आ, कहंदे गल सुण भाई, अपना खजाने का हिसाब ला ना, किन्नी कमाया पई अपने कोल। खजानची ने हिसाब लाया तो खजानची कहना जी अपने कोले 9 लाख रुपया पिया इस वेले। को सतनाम श्री। पंडित हैरान हो गया भी 9 लाख, क्योंकि इस घर दे विच किसी चीज़ का घाटा नहीं। सारी सृष्टि की माया तो गुरु दी होई आ, जिधरों मर्जी बुला ले। तो इस तरह उस ब्राह्मण ने शुरू किया, 1.25 लाख की समग्री भी उन्होंने देती, उन्होंने ऑफर भी देती, तैनूं 1.25 लाख की बजाय 2 लाख दे देंगे, पर देवी प्रगट होनी चाहिए। हुण बड़ा जोर लाया, 6-7 महीने पहाड़ों ते एक वड्डा टोहा पट के, जिन्हों हवन करना कहते हैं, ਉਹਦੇ ਵਿੱਚ ਬੇਅੰਤ ਸਮੱਗਰੀ ਸਿੱਟ ਕੇ ਅੱਗ ਲਾਈ ਗਿਆ। ਸਵਾਹਾ ਸਵਾਹਾ ਕਰਦਿਆਂ 1.25 ਲੱਖ ਦਾ ਸਮਾਨ ਸਵਾਹ ਕਰਤਾ। ਕਹੋ ਸਤਨਾਮ ਸ੍ਰੀ। ਕੋਈ ਦੇਵੀ ਪ੍ਰਗਟ ਨਾ ਹੋਈ। ਘਬਰਾ ਗਿਆ ਵਾਮਣ ਵੀ, ਗੁਰੂ ਸਾਹਿਬ ਤਾਂ ਹਾਰਦੇ ਨਹੀਂ, ਕੋਲੇ ਹੀ ਬੈਠੇ ਰਹਿੰਦੇ ਆ। ਪਾਤਸ਼ਾਹ ਨੇ ਵੀ ਲਗਾਤਾਰ ਉੱਥੇ ਬੈਠਣਾ ਕੀਤਾ। 11 ਮਹੀਨੇ ਦੱਸਦੇ ਆ ਉਹ ਸਮਾਂ। ਤੇ ਜਦ ਬ੍ਰਾਹਮਣ ਤੋਂ ਨਾ ਕੋਈ ਦੇਵੀ ਪ੍ਰਗਟ ਹੋਈ, ਹੋਣੀ ਨਹੀਂ ਸੀਗੀ, ਚੱਕਰਾਂ 'ਚ ਪਾਇਆ ਸੀ ਦੁਨੀਆ ਨੂੰ, ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਗੱਲ ਕੀ ਹੋ ਗਈ, ਹੁਣ ਆਉਂਦੀ ਕਿਉਂ ਨਹੀਂ ਉਹ? ਕਹਿੰਦੇ ਜੀ ਉਹ ਆਊਗੀ ਤਾਂ ਸਹੀ, ਪਰ ਉਹ ਬਲੀ ਲਊਗੀ। ਅੱਛਾ ਬਲੀ ਮੰਗਦੀ ਆ? ਹਾਂ ਮਹਾਰਾਜ, ਜਦੋਂ ਕੋਈ ਆਉਂਦਾ ਫਿਰ ਕੁਛ ਤਾਂ ਉਹਨੂੰ ਛਕਾਈ ਦਾ ਨਾ। ਤੇ ਉਹ ਮਨੁੱਖ ਦੀ ਬਲੀ ਲੈਂਦੀ ਹੈ, ਤੇ ਮਨੁੱਖ ਵੀ ਉਹ ਹੋਵੇ ਜਿਹੜਾ ਧਰਮ ਦਾ ਪਿਆਰਾ ਹੋਵੇ, ਤੁਹਾਡਾ ਪਿਆਰਾ ਹੋਵੇ। ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਝੱਟ ਕਹਿੰਦੇ ਲੈ ਇਹ ਤਾਂ ਗੱਲ ਹੀ ਕੋਈ ਨਹੀਂ, ਬਲੀ ਵੀ ਦੇ ਦਿਆਂਗੇ। ਕਹਿੰਦੇ ਜੀ ਕੌਣ ਹੈ ਬਲੀ ਦੇਣ ਵਾਸਤੇ? ਕਹਿੰਦੇ ਉਹਨੂੰ ਧਰਮ ਦਾ ਵੀ ਬਹੁਤ ਪਿਆਰ ਆ, ਉਹ ਸਾਡਾ ਵੀ ਬਹੁਤ ਪਿਆਰ ਆ, ਅਸੀਂ ਵੀ ਉਹਨੂੰ ਬਹੁਤ ਪਿਆਰ ਕਰਦੇ ਹਾਂ। ਕਹਿੰਦਾ ਜੀ ਮੈਨੂੰ ਵਿਖਾ ਦਿਓ ਕਿਹੜਾ ਬੰਦਾ। ਕਹਿੰਦੇ ਬੰਦਾ ਕੀ ਦਿਖਾਉਣਾ ਹੈ, ਤੂੰ ਪ੍ਰਗਟ ਕਰ, ਜਦੋਂ ਆਊਗੀ ਬਲੀ ਮੈਂ ਦੇਊਂਗਾ ਉਹਦੀ। ਕਹੋ ਸਤਨਾਮ ਸ੍ਰੀ। ਨਹੀਂ ਫਿਰ ਵੀ ਪਤਾ ਕਰ ਲਈਏ, ਉਹਨੂੰ ਨਵਾ ਧਵਾ ਕੇ ਤਿਆਰ ਕਰੀਏ, ਕਿਤੇ ਉਹ ਖੰਡਨ ਨਾ ਹੋਵੇ, ਕੋਈ ਉਂਗਲ ਕੋਈ ਹੱਥ ਪੈਰ ਵੱਢਿਆ ਨਾ ਹੋਵੇ। ਕਹਿੰਦੇ ਨਹੀਂ ਸਾਬਤ ਹੈ ਪੂਰਾ, ਪੈਰ ਦੇ ਗੂਠੇ ਤੋਂ ਲੈ ਕੇ ਸਿਰ ਤੱਕ ਪੂਰਾ ਸਾਬਤ ਹੈ, ਉਹਦੀ ਬਲੀ ਦੇ ਦਿਆਂਗੇ। ਕਹਿੰਦੇ ਜੀ ਉਹ ਹੈ ਕੌਣ? ਕਹਿੰਦੇ ਤੂੰ ਹੀ ਆ, ਤੈਨੂੰ ਧਰਮ ਦਾ ਪਿਆਰ ਨਹੀਂ, ਹੁਣ ਮੁੱਕਰੇ ਕਿਵੇਂ? ਬ੍ਰਾਹਮਣਾਂ ਦਾ ਵੱਡਾ ਪੰਡਿਤ ਕੇਸ਼ਵ ਦਾਸ ਹੈ, ਤੇ ਸਾਡਾ ਵੀ ਪਿਆਰਾ, ਤੈਨੂੰ ਅਸੀਂ 1.25 ਲੱਖ ਦੇਣ ਦਾ ਵਾਅਦਾ ਕੀਤਾ। ਕੰਬਲ ਲੱਗ ਪਿਆ, ਕਹਿੰਦਾ ਚੰਗਾ ਜੀ ਮੈਂ ਫਿਰ ਤਿਆਰ ਹੋਇਆ ਵਾਂ, ਬਾਥਰੂਮ ਜਾਇਆ ਵਾਂ, ਨਾਲੇ ਨਹਾ ਧੋਇਆ ਵਾਂ। ਕਹਿੰਦੇ ਚੰਗਾ ਜਾ। ਭੱਜਣਾ ਹੀ ਸੀ ਉਹਨੇ ਅਸਲ ਦੇ ਵਿੱਚ। ਪਾਤਸ਼ਾਹ ਨੇ ਕਹਿਤਾ ਚੰਗਾ ਜਾ, ਨਹਾ ਧੋਇਆ, ਮੁੜ ਕੇ ਮੁੜਿਆ ਹੀ ਨਹੀਂ ਗਾ। ਸ਼ਾਮਾਂ ਪੈ ਗਈਆਂ, ਉਡੀਕਦੇ ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ਼ਾਮਾਂ ਨੂੰ ਫਿਰ ਜਦੋਂ ਦਿਨ ਛਿਪ ਗਿਆ ਤੇ ਸਤਿਗੁਰਾਂ ਨੇ ਬਚਿਆ ਹੋਇਆ ਸਾਰਾ ਸਮਾਨ ਉਸ ਟੋਹੇ 'ਚ ਮਾਰਿਆ, ਹਵਨ ਵਾਲੇ ਖੱਡੇ ਵਿੱਚ ਸਿੱਟਿਆ। ਅੱਗ ਦਾ ਭਾਂਬੜ ਨਿਕਲਿਆ, ਕਿਉਂਕਿ ਸਾਰੀਆਂ ਚੀਜ਼ਾਂ ਹੀ ਦੇਸੀ ਘਿਓ ਹੋਇਆ, ਖੋਪਾ ਹੋਇਆ, ਖੰਡ ਹੋਈ, ਇਹ ਸਮੱਗਰੀ ਸਾਰੀ ਅੱਗ ਨੂੰ ਬਹੁਤ ਪਿਆਰੀ ਹੈ, ਬੜੀ ਭੱਜ ਕੇ ਅੱਗ ਲੱਗਦੀ ਹੈ ਇਹਨੂੰ। ਬਸ ਫਿਰ ਕੀ ਸੀ, ਅੱਗ ਦੀ ਲਾਟ ਆਕਾਸ਼ਾਂ ਨੂੰ ਜਾ ਲੱਗੀ। ਤੇ ਜਦ ਆਕਾਸ਼ਾਂ ਨੂੰ ਜਾ ਲੱਗੀ ਅੱਗ ਦੀ ਲਾਟ, ਤੇ ਰਾਤ ਨੂੰ ਚਾਨਣ ਹੋ ਗਿਆ ਦਿਨ ਤੋਂ ਵੀ ਜ਼ਿਆਦਾ। ਤੇ ਫਿਰ ਲੋਕ ਕਹਿੰਦੇ ਹਨ ਉਸ ਪਹਾੜੀ ਇਲਾਕੇ ਦੇ ਵੀ ਗੁਰੂ ਗੋਬਿੰਦ ਸਿੰਘ ਨੇ ਦੇਵੀ ਪ੍ਰਗਟ ਕਰ ਲਈ ਲੱਗਦਾ। ਕਹੋ ਸਤਨਾਮ।
पर गुरु साहब जी म्यान चों कढ़ के लिशकदी तलवार कहते वो देवी प्रगट हो गई। आ देखो बस आही देवी है, आ शास्त्र ही साडे देवी देवते है, यही साडे पीर है। तो उन्होंने अपने बाणी दे विच गुरु ग्रंथ साहब जी नूं महानता दिती है जां शस्त्रां नूं दिती है। अस कृपान खंडो खड़ग तुप कतवर अर तीर सैफ सरोही सहती यह हमारे पीर। यही साडी देवी देवते है, यही साडे पीर है, साडी यही मदद करते हैं। एक खाली हथ बंदे दे सामने जदों शास्त्र वाला बंदा आ जाए वो खाली हथ वाला कमज़ोर पै जाता। कोई सतनाम श्री तो फिर शास्त्र ही साडे पीर है। गुरु ग्रंथ साहब साडा गुरु है, शास्त्र साडे पीर है। खैर मुड़ के केशवदास आया नहीं, किने आउणा सीगा, कित्थे बली देवे। वो तो एक संगतां नूं सिख संगतां नूं चक्कर च पाउण दे उन्हां दे स्टंट सीगे। तरह तरह के भरम पा के लोकां नूं चक्करां च पाउणा, दुविधा विच पाउणा। दुविधा पाउण दा मकसद सीगा, पर सतगुरां ने सिखां दी दुविधा कढण वास्ते 2.5 लाख रुपये का खर्चा करना भी मान लिया, दुविधा भरम कढण वास्ते। ते कबीर साहब ने सिखा ने पूछे महाराज कित्थे बैठ के नाम जपिया जावे। पातशाह कहने नहीं, जिथे नाम जपिया जाता वो थां ही पवित्र हो जाता है। स्पैशल थां लभण की लोड़ नहीं, जिथे बैठे हो उत्थे बैठ जाओ। जिथे बैठे हो ना उत्थे बैठ जाओ, तुहानूं उत्थे रब मिल जाऊगा। रब तो हर थां ते है, रवे रवे च है, कण कण विच है। तो कबीर साहब ने भी एक वड्डा भरम कढण वास्ते अपनी जिंदगी जिहड़ी है फिर इस ते ला दिती। सवगल जन्म छे पुरी गवाया, सारी उम्र काशी विच रहिंदे रहे। मरती वार मगहर उठ आया, ते आखिरी समय जिंदगी के आखिरी पड़ाव ते अपने संगियां साथियां दोस्तां नूं कहंदे आपां मगहर जाके वसांगे हुण काशी छड्ड के। ते साथी जिन्हां दे मन विच कोई माड़ा मोटा भरम सी वो कहंदे ना महाराज, आ बाहमण तां कहंदे उत्थे वसन वाला गधे दी जून च पै जाऊगा। ते कबीर साहब यही कहाउणा चाहुंदे सी, कहंदे फिर ये दसो बई नाम वड्डा होया कि ब्राह्मण दा किहा वड्डा होया। कोई सतनाम श्री। जे नाम छोटा है फिर तो भावें कदी जून च कोई पै जाए, जे नाम वड्डा है फिर जीव किसी जून च नहीं पैंदागा। नाम रहियो साधु रहियो गुरु गोबिंद कहो नानके जगत में किन जपियो गुरमंत। जिन्हां जिन्हां ने नाम जपिया वो मुक्त हो जाते हैं, अमर हो जाते हैं, कदे भी दुनिया विचों मरदे ही नहीं वो। ते जान बुझ के कबीर साहब ने जिंदगी का आखिरी समा जिहड़ा सीगा वो मगहर की भूमि च कटिया। कबीर साहब नूं देख के होर लोग भी बसन लगे, होर भी बसन लगे। वसदियां वसदियां ब्राह्मणों का यह भरम खत्म हो गया। भी एवें ही कहंदे सीगे भी उत्थे साध जिहड़ा है बसन वाला वो गधा बनेगा। तो ये गल आपां कल सरवण कर रहे सी बई जिथे नाम जपिया जाता है सो सच मंदर जित सच ते आई है। सो रिदा सुहेला जित हर गुण गाई है। सा धरत सुहावी जित वसे हर जन सच्चे नाम बिठों कुरबानो जियो। हुण अज दा सवाल सिख संगतां ने सतगुरां नूं एक होर बेनती करती बई कदों जपीए। अगला सवाल थां दा तां निर्णय करता भी जिथे जपोगे उही धरती सलाउण योग हो जाएगी। जिथे जाए वह मेरा सतगुरु सो थान सुहावा राम राजे। सतगुरु पातशाह जी कहने सो सच मंदिर जित सच धियाई है। जिथे उसनों जपिया जाता है उही हरी का मंदिर बन जाता, वो धरती सलाउण योग हो जाती है। हुण अगला शब्द है सिखा ने पूछया कदों जपीए, तो पंजवें पातशाह जी इसका निर्णय किवें करदे न। आज महला पंजवा रैन सुहावड़ी दिनस सुहेला। कदों जपीए कहते जदों भी जपोगे उस समय साडा सफला हो जाना। दिने जपो रात नूं जपो, कि रोटी खाने का कोई समा है? ठीक है समय बन्ने आ तुसी चक्कर दे नाल वो भुख का समा आ जाता सुबह शाम। पर जे दोपहरे भुख लग्या भी उदों भी खा लईदी आ। कोई सतनाम श्री। इस करके जे रोटी खाने का कोई समा नहीं हैगा
ਜਦੋਂ ਭੁੱਖ ਲੱਗੀ ਉਦੋਂ ਹੀ ਛਕ ਲਈ, ਫਿਰ ਨਾਮ ਜਪਣ ਦਾ ਵੀ ਕੋਈ ਸਮਾਂ ਨਹੀਂ ਗਾ। ਬਾਬਾ ਜੀ ਤਾਂ ਕਹਿੰਦੇ ਐ ਅੱਠੇ ਪਹਿਰ ਸਿਮਰਿਆ ਜਾਵੇ, ਹਰ ਵਕਤ ਸਿਮਰਿਆ ਜਾਵੇ। ਉਹ ਤਾਂ ਕਹਿੰਦੇ ਮੈਨੂੰ ਲੱਗਦਾ ਜਦੋਂ ਮੈਂ ਬੰਦ ਕਰਦੀ ਹਾਂ ਉਦੋਂ ਮੌਤ ਹੋ ਜਾਊਗੀ। ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣੀ ਔਖਾ ਸਾਚਾ ਨਾਉ। ਭਾਵੇਂ ਕਿ ਨਾਮ ਜਪਣਾ ਬੜਾ ਔਖਾ ਹੈ। ਮਾਤਾ ਤ੍ਰਿਪਤਾ ਕਹਿਣ ਲੱਗੇ ਪੁੱਤਰ ਹੁਣ ਸੌਂ ਜਾ, ਪੈ ਜਾ, ਬੜਾ ਲੰਬਾ ਰਾਤ ਬੀਤੀਤ ਹੋ ਗਈ ਆ, ਅੱਧੀ ਰਾਤ ਤੋਂ ਸਮਾਂ ਲੰਘ ਗਿਆ, ਤਾਰਿਆਂ ਕੰਨੀ ਦੇਖ, ਮੇਰਾ ਖਿਆਲ ਆ 12 ਤੋਂ ਟਾਈਮ ਗਾਂਹ ਟੱਪ ਗਿਆ। ਮਾਤਾ ਤ੍ਰਿਪਤਾ ਕਹਿੰਦੀ ਅੱਧੀ ਰਾਤ ਤੋਂ ਜ਼ਿਆਦਾ ਸਮਾਂ ਹੋ ਗਿਆ, ਹੁਣ ਪੈ ਜਾ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਮਾਤਾ ਕਿਵੇਂ ਪੈ ਜਾ? ਮੇਰੇ ਨਾਲ ਤਾਂ ਫਿਰ ਉਹ ਪਪੀਹਾ ਚੰਗਾ ਜਿਹੜਾ ਲਗਾਤਾਰ ਪੀਓ 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 ਕਰਦਾ ਹੀ ਰਹਿੰਦਾ, ਜਿੰਨਾ ਚਿਰ ਉਹਨੂੰ ਸਵਾਂਤੀ ਬੂੰਦ ਮਿਲ ਨਾ ਜਾਵੇ ਉਹਨਾਂ ਚਿਰ ਉਹ ਪੀਓ ਪੀਓ ਕਰੀ ਜਾਂਦਾ। ਤੇ ਫਿਰ ਮੈਂ ਕਿਵੇਂ ਚੁੱਪ ਕਰ ਜਾ? ਮੇਰੀ ਤੇ ਪਪੀਹੇ ਦੀ ਸ਼ਰਤ ਲੱਗੀ ਹੋਈ ਹੈ। ਇਤਿਹਾਸ ਵਿੱਚ ਲਿਖਿਆ ਬਾਬਾ ਜੀ ਕਹਿੰਦੇ ਮੇਰੀ ਤੇ ਪਪੀਹੇ ਦੀ ਹੋੜ ਲੱਗੀ ਹੈ, ਭਾਵ ਅੰਤ, ਕਿਹੜਾ ਹਾਰਦਾ ਕਿਹੜਾ ਜਿੱਤਦਾ। ਕਹਿੰਦੇ ਨਾ ਪਪੀਹਾ ਹਟੇ ਤੇ ਨਾ ਮੈਂ ਹਟਾਂ, ਜਿੰਨਾ ਚਿਰ ਮੈਨੂੰ ਉਹ ਮਿਲ ਨਹੀਂ ਜਾਂਦਾ। ਭਾਵੇਂ ਕਿ ਗੁਰੂ ਨਾਨਕ ਖੁਦ ਪਰਮੇਸ਼ਰੀ ਹਨ, ਪਰ ਉਹਨਾਂ ਨੇ ਇੱਥੇ ਆ ਕੇ ਆਪਣੇ ਆਪ ਨੂੰ ਰੱਬ ਨਹੀਂ ਕਿਹਾ ਕਿਸੇ ਵੀ ਜਾਮੇ 'ਚ। 10ਵੇਂ ਜਾਮੇ ਤਾਂ ਪੱਕੀਆਂ ਮੋਹਰਾਂ ਲਾਤੀਆਂ, ਮੈਂ ਹਾਂ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ, ਜੋ ਮੁਝਕੋ ਪਰਮੇਸ਼ਰ ਉਚਰਾ, ਤੇਰੇ ਨਾਲ ਨਰ ਕੁੰਡ ਮੈਂ ਪਰ ਹੈ। ਤਾਂ ਪ੍ਰੀਤਮ ਜੀ ਕਹਿੰਦੇ ਮਾਤਾ ਮੈਂ ਕਿਵੇਂ ਪੈ ਜਾਵਾਂ? ਆਸਾ ਮਹੱਲਾ ਪਹਿਲਾ ਆਪਣੇ ਬਚਨਾਂ ਵਿੱਚ ਦੱਸਦੇ ਆ, ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਮਾਤਾ ਕਹਿੰਦੀ ਹੋਰ ਦੁਨੀਆ ਤਾਂ ਐ ਜਪਦੀ ਨਹੀਂ, ਠੀਕ ਹੈ ਸੁਬਾਹ ਸ਼ਾਮ ਰਾਮ ਰਾਮ ਕਰ ਲਿਆ ਬਸ ਬਹੁਤ, ਤੂੰ ਲਗਾਤਾਰ ਹੀ ਲੱਗਿਆ ਰਹਿਣਾ। ਮਾਤਾ ਭਾਵੇਂ ਜਪਣਾ ਬੜਾ ਔਖਾ ਹੈ, ਪਰ ਮੈਂ ਜਪੇ ਬਿਨਾਂ ਰਹਿ ਨਹੀਂ ਸਕਦਾ। ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ। ਜਿਨ੍ਹਾਂ ਨੂੰ ਭੁੱਖ ਲੱਗਦੀ ਆ ਉਹੀ ਜਪਦੇ ਆ, ਜਿਹਨੂੰ ਭੁੱਖ ਲੱਗਦੀ ਆ ਉਹ ਰੋਟੀ ਖਾਂਦਾ, ਅਤੇ ਜਿਹਨੂੰ ਭੁੱਖ ਨਾ ਲੱਗੇ ਉਹ ਬਿਮਾਰ ਵੀ ਹੁੰਦਾ। ਇਹ ਵੀ ਯਾਦ ਰੱਖੋ, ਜੇ ਕਿਸੇ ਬੱਚੇ ਨੂੰ ਆਪਣੇ ਨੂੰ ਰੋਟੀ ਘੱਟ ਖਾਵੇ ਨਾ ਖਾਵੇ ਕਈ ਦਿਨ, ਜਦੋਂ ਰੋਟੀ ਫੜਾਈਏ ਭੁੱਖ ਨਹੀਂ ਲੱਗੀ, ਫਿਰ ਅਸੀਂ ਕਰਦੇ ਹਾਂ ਡਾਕਟਰ ਨੂੰ ਲਿਜਾਨੇ ਵੇਲੇ ਭੁੱਖ ਕਿਉਂ ਨਹੀਂ ਲੱਗਦੀ, ਵੇਖ ਇਸ ਨੂੰ ਕੀ ਹੋ ਗਿਆ। ਇਸੇ ਤਰ੍ਹਾਂ ਜੇ ਸਾਨੂੰ ਨਾਮ ਜਪਣ ਦੀ ਭੁੱਖ ਨਹੀਂ ਲੱਗਦੀ ਤੇ ਸਾਡੇ ਵੀ ਅੰਦਰ ਕੋਈ ਬਿਮਾਰੀ ਪੈਦਾ ਹੋ ਗਈ ਆ। ਕਹੋ ਸਤਨਾਮ ਸੀ, ਅਸੀਂ ਬਿਮਾਰ ਹੋ ਰਹੇ ਹਾਂ। ਸਾਚੈ ਨਾਮ ਕੀ ਲਾਗੈ ਭੂਖ, ਜੇ ਭੁੱਖ ਲੱਗੇ ਨਾਮ ਜਪੀਏ, ਉਤ ਭੁੱਖੈ ਖਾਏ। ਭੁੱਖ ਲੱਗੀ ਤਾਂ ਖਾਈਏ, ਚੱਲੀਏ ਦੁੱਖ ਤੇ ਦੁੱਖ ਤੁਰ ਜਾਣਗੇ। ਚੰਗੀ ਭੁੱਖ ਲੱਗੇ, ਚੰਗੀ ਖੁਰਾਕ ਬੱਚਾ ਖਾਵੇ ਤੇ ਤਕੜਾ ਹੋ ਜਾਂਦਾ। ਨਾਮ ਜਪਣ ਦੀ ਵੱਧ ਤੋਂ ਵੱਧ ਭੁੱਖ ਲੱਗੇ ਤੇ ਵੱਧ ਤੋਂ ਵੱਧ ਜਪਿਆ ਜਾਵੇ ਤੇ ਆਤਮਾ ਮਨ ਸਾਡਾ ਤਕੜਾ ਹੁੰਦਾ, ਇਹ ਸ਼ਕਤੀਆਂ ਆ ਜਾਂਦੀਆਂ ਬੇਅੰਤ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਸਾਚੈ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ, ਚੱਲੀਏ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ। ਮਾਤਾ ਮੈਂ ਐਸੇ ਮਾਲਕ ਨੂੰ, ਐਸੇ ਪਰਮੇਸ਼ਰ ਨੂੰ ਕਿਵੇਂ ਵਿਸਾਰ ਦਿਆਂ? ਮੈਂ ਕਿਵੇਂ ਉਸ ਨੂੰ ਭੁੱਲ ਕੇ ਪੈ ਜਾਵਾਂ, ਸੌਂ ਜਾਵਾਂ? ਨਹੀਂ, ਹੋ ਨਹੀਂ ਸਕਦਾ, ਮੈਂ ਤਾਂ ਜਪੂੰਗਾ। ਤੋ ਇਸ ਕਰਕੇ ਜਪਣ ਦਾ ਵੀ ਪਾਤਸ਼ਾਹ ਕਹਿੰਦੇ ਕੋਈ ਸਮਾਂ ਨਹੀਂ ਹੈ ਖਾਸ। ਇਹ ਠੀਕ ਹੈ ਸਤਿਗੁਰ ਨੇ ਸਮੇਂ ਸਾਨੂੰ ਉਦੋਂ ਬੰਨ੍ਹ ਕੇ ਦਿੱਤੇ ਨੇ। ਇਹਨਾਂ ਸਮਿਆਂ ਦਾ ਕੀ ਕਾਰਨ ਹੈ ਕਿ ਅੰਮ੍ਰਿਤ ਵੇਲੇ ਨਿਤਨੇਮ ਕਰਨਾ, ਦਿਨ ਛਿਪਣ ਤੋਂ ਬਾਅਦ ਰਹਿ ਰਸ ਕਰਨੀ ਹੈ। ਇਹਦਾ ਮਤਲਬ ਇਹ ਹੈ ਕਿ ਸਾਡਾ ਜਿਹੜਾ ਮਨ ਹੈ ਨਾ, ਇਹ ਸੂਰਜ ਨਾਲ ਵੀ ਜੁੜਿਆ ਹੋਇਆ। ਜਿਵੇਂ ਜਿਵੇਂ ਸੂਰਜ ਦੀਆਂ ਕਿਰਨਾਂ ਫੈਲਦੀਆਂ ਸਾਡੇ ਮਨ ਦੇ ਫੁਰਨੇ ਖਿੰਡਦੇ ਜਾਂਦੇ ਆ, ਅਤੇ ਜਿਵੇਂ ਜਿਵੇਂ ਸ਼ਾਮਾਂ ਨੂੰ ਸੂਰਜ ਇਕੱਠਾ ਹੁੰਦਾ ਜਾਂਦਾ ਸਾਡਾ ਮਨ ਵੀ ਫੁਰਨੇ ਘਟਾ ਕੇ ਘਰ ਵੱਲ ਚੱਲ ਪੈਂਦਾ। ਤੜਕੇ ਜਿਵੇਂ ਜਿਵੇਂ ਦਿਨ ਚੜ੍ਹਦਾ ਜਾਂਦਾ ਸਾਡੇ ਅੰਦਰ ਫੁਰਨੇ ਫੈਲਦੇ ਜਾਂਦੇ ਆ, ਸਾਡਾ ਮਨ ਕੰਮਾਂ ਧੰਦਿਆਂ ਵੱਲ ਭੱਜਦਾ। ਭਾਵੇਂ ਸਰੀਰ ਕਰਕੇ ਨਾ ਜਾਵੇ ਫਿਰ ਵੀ ਆਪ ਦਾ ਦੁਕਾਨ 'ਤੇ ਜਾ ਹੀ ਆਉਂਦਾ, ਕਈ ਗੇੜੇ ਮਾਰੇ ਆਉਂਦਾ ਵਿਚਾਲਦੀ ਬਾਂਦਰ ਵਾਂਗੂ। ਕੋਈ ਸਤਨਾਮ, ਸਰੀਰ ਕਰਕੇ ਇੱਥੇ ਬੈਠੇ ਹੋਵਾਂਗੇ ਅਤੇ ਇੱਥੇ ਬੈਠਾ ਬੈਠਾ ਵੀ ਕਈ ਗੇੜੇ ਘਰੇ ਮਾਰੇ ਆਊਗਾ, ਕਈ ਗੇੜੇ ਦੁਕਾਨ 'ਤੇ ਮਾਰੇਗਾ, ਜਿੱਥੇ ਵੀ ਸਾਡਾ ਕੋਈ ਕੰਮ ਕਾਰ ਹੈ ਦਫ਼ਤਰ 'ਚ ਮਾਰੇ ਆਊਗਾ। ਇਸ ਕਰਕੇ ਮਨ ਦਾ ਸੁਭਾਅ ਹੈ।
ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹਦੇ ਜਪਣ ਦਾ ਕੋਈ ਖਾਸ ਸਮਾਂ ਨਹੀਂ ਹੈ, ਹਰ ਵੇਲੇ ਹੀ ਜਪਣਾ ਚਾਹੀਦਾ। ਵੈਸੇ ਵਧੀਆ ਸਮਾਂ ਹੈ ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ, ਜਦੋਂ ਸੰਤਾਂ ਨੂੰ ਮਿਲ ਕੇ ਭਾਵ ਪਰਮੇਸ਼ਰ ਦੇ ਪਿਆਰਿਆਂ ਨੂੰ ਮਿਲ ਕਰਕੇ ਅੰਮ੍ਰਿਤ ਵੇਲੇ ਬੈਠ ਕੇ ਜਪੋਗੇ, ਉਹ ਸਭ ਤੋਂ ਉੱਤਮ ਸਮਾਂ ਹੈ। ਬਾਬਾ ਫਰੀਦ ਜੀ ਇਸ ਵਿਸ਼ੇ ਤੇ ਕਹਿੰਦੇ ਹਨ, ਫਰੀਦਾ ਪਿਛਲ ਰਾਤ ਨਾ ਜਾਗਿਓ ਜੀਵੰਦੜੋ ਮੋਇਓਏ, ਤੂੰ ਪਿਛਲੀ ਰਾਤ ਭਾਵ ਅੰਮ੍ਰਿਤ ਵੇਲੇ ਕਿਉਂ ਨਹੀਂ ਉੱਠਿਆ? ਓਏ ਜਿਉਂਦਾ ਹੀ ਮਰ ਗਿਆ, ਤੂੰ ਮੁਰਦਾ ਹੋ ਗਿਆ, ਉੱਠਿਆ ਨਹੀਂ ਗਿਆ। ਤੇ ਇੱਥੋਂ ਮੇਰੀ ਤਾਂ ਢੂਹੀ ਦੁਖਣ ਲੱਗ ਜਾਂਦੀ ਹੈ ਪਏ ਪਏ ਦੀ, ਜਦੋਂ ਬਾਹਲਾ ਲੰਮਾ ਹੋ ਜਾਂਦਾ ਸਮਾਂ। ਇਹ ਕਹਿੰਦੇ ਰਾਤ ਥੋੜ੍ਹੀ ਜਿਹੀ ਹੋਰ ਲੰਮੀ ਹੋ ਜੇ, ਜੇ ਵਧੀਆ ਗੱਲ ਬਣ ਜੇ। ਰਾਤਾਂ ਛੋਟੀਆਂ। ਕਬੀਰ ਸਾਹਿਬ ਕੀ ਕਹਿੰਦੇ ਹੈ, ਬਾਬਾ ਫਰੀਦ ਜੀ ਕਹਿੰਦੇ, ਫਰੀਦਾ ਰਾਤੀ ਲੰਮੀ ਆ, ਇਹ ਰਾਤ ਬਹੁਤ ਲੰਮੀ ਹੈ। ਧੁਖ ਧੁਖ ਉੱਠਣ ਪਾਸ ਬੰਦਾ ਕਿੰਨਾ ਕੁ ਸੋਵੇ। ਆ ਪਾਸੇ ਵੀ ਮੰਜੇ ਤੇ ਪਏ ਤੇ ਦੁਖਣ ਲੱਗ ਗਏ। ਕਹੋ ਸਤਨਾਮ। ਧ੍ਰਿਗ ਤਿੰਨਾਂ ਦਾ ਜੀਵਿਆ। ਧ੍ਰਿਗ ਕਿੰਨਾ ਔਖਾ ਜਿਹਾ ਸ਼ਬਦ ਹੈ, ਕਹਿਣਾ ਵੀ ਔਖਾ ਲੱਗਦਾ। ਦੁਰਫਿੱਟੇ ਮੂੰਹ, ਕਿਸੇ ਨੂੰ 100 ਵਾਰੀ ਦੁਰਫਿੱਟੇ ਮੂੰਹ ਕਹਿਣਾ ਹੋਵੇ, ਇੱਕ ਵਾਰੀ ਧ੍ਰਿਗ ਕਹਿ ਦਿਓ ਬਰਾਬਰ ਆ। ਕਹੋ ਸਤਨਾਮ ਸਿੰਘ। ਕਹਿਣਾ ਵੀ ਔਖਾ ਜਿਹਾ ਲੱਗਦਾ ਨਾ, ਪਰ ਬਾਬਾ ਫਰੀਦ ਨੇ ਕਹਿਤਾ, ਧ੍ਰਿਗ ਤਿੰਨਾਂ ਦਾ ਜੀਵਿਆ ਜਿਨ੍ਹਾਂ ਵਿਡਾਣੀ ਆਸ। ਜਿਹੜੇ ਕਹਿੰਦੇ ਰਾਤ ਹੋਰ ਲੰਬੀ ਹੋਵੇ, ਹੋਰ ਸੌਂ ਲੈਂਦੇ, ਦਿਨ ਚੜ੍ਹ ਗਿਆ, ਲੈ ਹੁਣ ਤਾਂ ਉੱਠਣਾ ਹੀ ਪੈਣਾ। ਕਹੋ ਸਤਨਾਮ ਸਿੰਘ। ਤੇ ਮੇਰੇ ਅੱਧੀ ਰਾਤ ਨੂੰ ਇਹ ਪਾਸੇ ਦੁਖਣ ਲੱਗ ਜਾਂਦੇ ਆ, ਉੱਠ ਕੇ ਬਹਿ ਜਾਣਾ। ਇਸ ਕਰਕੇ ਬਾਬਾ ਜੀ ਕਹਿੰਦੇ, ਜਦੋਂ ਵੀ ਜਪੋਗੇ ਭਾਈ ਤੁਹਾਡਾ ਉਹੀ ਸਮਾਂ ਸਫਲਾ ਹੋ ਜਾਣਾ। ਜਪਿਆ ਕਰੋ। ਰੈਣ ਸੁਹਾਵੜੀ ਦਿਨਸ ਸੁਹੇਲਾ। ਰੈਣ ਵੀ ਚੰਗੀ ਹੈ, ਦਿਨ ਵੀ ਚੰਗਾ, ਰਾਤ ਵੀ ਚੰਗੀ। ਜਪ ਅੰਮ੍ਰਿਤ ਨਾਮ, ਅੰਮ੍ਰਿਤ ਸ਼ਬਦ ਦੋਨੇ ਪਾਸੇ ਲੱਗੇਗਾ, ਸਮੇਂ ਨਾਲ ਵੀ ਤੇ ਨਾਮ ਦੇ ਨਾਲ ਵੀ। ਅੰਮ੍ਰਿਤ ਵੇਲਾ ਜਦੋਂ ਅੰਮ੍ਰਿਤ ਵਰਸਦਾ ਹੈ, ਜਾਂ ਸਾਡੇ ਕਣਕਾਂ ਵਿੱਚ ਦਾਣੇ ਪੈਂਦੇ ਆ ਨਾ, ਤੇ ਤੜਕੇ ਤੜਕੇ ਜਿਹੜੀ ਤਰੇਲ ਪੈਂਦੀ ਆ, ਤੇ ਉਧਰੋਂ ਚੰਦਰਮਾ ਦੀ ਚਾਨਣੀ ਹੁੰਦੀ ਆ, ਉਦੋਂ ਸਾਡੇ ਕਣਕਾਂ ਦੇ ਵਿੱਚ ਦਾਣਾ ਪੈਂਦਾ ਤੇ ਉਹਦੇ ਵਿੱਚ ਤਾਕਤ ਪੈਂਦੀ ਆ। ਚੰਦਰਮਾ ਦੇ ਨਾਲ ਵੀ ਸੰਬੰਧ ਹੈ ਕੁਦਰਤ ਦਾ, ਸੂਰਜ ਨਾਲ ਵੀ ਹੈ। ਤੋ ਅੰਮ੍ਰਿਤ ਵੇਲਾ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਜੇ ਕਿਤੇ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਬੈਠ ਕੇ ਇਸ ਅੰਮ੍ਰਿਤਮਈ ਨਾਮ ਨੂੰ ਜਪ ਲਈਏ। ਮਰ ਕਿੰਨਾ ਕੁ ਚਿਰ ਜਪ ਲਈਏ? ਉਹ ਕਹਿੰਦੇ ਜਿੰਨਾ ਚਿਰ ਮਰਜ਼ੀ ਜਪ ਲਓ, ਜਿੰਨਾ ਜਪ ਲਓਗੇ ਓਨਾ ਹੀ ਚੰਗਾ। ਕਬੀਰ ਏ ਘੜੀ ਆਦੀ ਘੜੀ, ਆਦੀ ਹੂੰ ਫੁਨਿਆਲ। 24 ਮਿੰਟ, 12 ਮਿੰਟ, 6 ਮਿੰਟ, 6 ਮਿੰਟ, ਅੱਧੀ ਤੋਂ ਅੱਧੀ ਚੌਥਾ ਹਿੱਸਾ। ਜਿੰਨਾ ਵੀ ਜਪਿਆ ਜਾਵੇ ਓਨਾ ਹੀ ਲਾਹੇਦਾ। ਸੰਗਤ ਸੰਤਨ ਸੇਤੀ ਗੋਸ਼ਟੇ, ਜੋ ਕੀਨੈ ਸੋ ਲਾਭ। ਗੋਸ਼ਟੀ ਹੁੰਦੀ ਹੈ ਵਿਚਾਰ ਚਰਚਾ। ਜਦੋਂ ਹੁਣ ਅਸੀਂ ਵਿਚਾਰ ਕਰਦੇ ਹਾਂ ਉਦੋਂ ਵੀ ਅਸੀਂ ਜਪ ਰਹੇ ਹਾਂ, ਭਾਵ ਧਿਆਨ ਤਾਂ ਪਰਮੇਸ਼ਰ ਨਾਲ ਹੀ ਜੁੜਿਆ ਹੋਇਆ ਨਾ, ਉਹਦੀਆਂ ਗੱਲਾਂ ਚੱਲ ਰਹੀਆਂ, ਉਹਦੀ ਵਿਚਾਰ ਚੱਲ ਰਹੀ ਹੈ। ਤਾਂ ਇਹੋ ਹੀ ਜਪਣਾ ਹੈ ਕਿ ਸਾਡਾ ਧਿਆਨ ਉਹਦੇ ਨਾਲ ਜੁੜ ਜਾਵੇ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਾਤ ਕਹਾਣੀ। ਜਿਨ੍ਹਾਂ ਨੇ ਉਸ ਦੀ ਆਵਾਜ਼ ਦੇ ਨਾਲ ਆਪਣਾ ਧਿਆਨ ਜੋੜ ਲਿਆ, ਜਿਵੇਂ ਆਪਾਂ ਹੁਣ ਕਥਾ ਦੀ ਆਵਾਜ਼ ਨਾਲ ਧਿਆਨ ਜੋੜਿਆ ਹੋਇਆ, ਇਹਦੇ ਵਿੱਚੋਂ ਵੀ ਕੁਝ ਨਾ ਕੁਝ ਜਾਣਾਂਗੇ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ, ਘੜੀ ਮੂਰਤ ਸਿਮਰਤ ਪਲ ਵੰਜੇ। ਇਹ ਘੜੀ ਮੂਰਤ 15 ਮਿੰਟਾਂ ਦਾ, ਆਪਣਾ 6 ਮਿੰਟਾਂ ਦਾ। ਕਈ ਲੋਕ ਹਿੰਦੂ ਮਤ ਵਾਲੇ ਬ੍ਰਾਹਮਣਾਂ ਕੋਲੇ ਜਾਂਦੇ ਆ, ਜੀ ਆ ਫਲਾਣੇ ਕੰਮ ਦਾ ਸਮਾਂ ਦੱਸੋ ਕਿਹੜਾ ਵਧੀਆ। ਉਹਨਾਂ ਨੇ ਆਪਣਾ ਹਿਸਾਬ ਕਿਤਾਬ ਰੱਖਿਆ ਹੋਇਆ, ਕਿਉਂਕਿ ਜੇ ਉਹ ਨਾ ਦੱਸਣ ਫਿਰ ਤਾਂ ਕੋਈ ਜਾਵੇ ਹੀ ਨਾ। ਜਿਹੜੇ ਨਹੀਂ ਪੁੱਛਦੇ, ਜਿਹੜੇ ਬਾਬੇ ਨਾਨਕ ਦੇ ਸਿੱਖ ਆ, ਉਹ ਤਾਂ ਬਾਬੇ ਨਾਨਕ ਦੇ ਮੁਤਾਬਕ ਚੱਲਦੇ ਆ, ਪਰ ਉਹ ਭਾਈ ਉਹਨਾਂ ਦੇ ਚੱਕਰਾਂ 'ਚ ਪਏ ਹੋਏ ਆ। ਉਹ ਫਿਰ ਦੱਸਦੇ ਆ ਸਮਾਂ, ਵੀ ਇੰਨੇ ਸਮੇਂ 'ਚ ਕੰਮ ਕਰ ਲਓ, ਇੰਨੇ 12 ਮਿੰਟਾਂ ਦਾ 6 ਮਿੰਟ
ਇਹਨਾਂ ਮਿੰਟਾਂ ਦੇ ਵਿੱਚ ਕੰਮ ਸ਼ੁਰੂ ਕਰੋ। ਇਹਨੂੰ ਕਹਿੰਦੇ ਆ ਮਹੂਰਤ ਕਢਾਉਣਾ। ਕਹੋ ਸਤਨਾਮ। ਮਹੂਰਤ ਕਢਾਉਣਾ ਭਾਵ ਸਮਾਂ ਪੁੱਛ ਕੇ ਆਉਣਾ ਬਾਹਮਣਾਂ ਨੂੰ। ਪਰ ਬਾਣੀ ਕਹਿੰਦੇ ਸਾਈ ਘੜੀ ਸੁਲੱਖਣੀ ਜਿਤ ਪ੍ਰਭ ਚਿੱਤੇ ਆਵੇ। ਉਹੋ ਹੀ ਸਮਾਂ ਸੁਲੱਖਣਾ ਹੈ, ਚੰਗਾ ਹੈ ਜਦੋਂ ਰੱਬ ਨੂੰ ਯਾਦ ਕਰਦੇ ਆ। ਨਹੀਂ ਤਾਂ ਫਿਰ ਆਖਾਂ ਜੀਵਾਂ ਵਿਸਰੇ ਮਰ ਜਾਓ। ਉਹਨੂੰ ਵਿਸਾਰਨਾ ਮੌਤ ਹੈ, ਯਾਦ ਕਰਨਾ ਜ਼ਿੰਦਗੀ ਹੈ। ਤੋ ਇੱਥੇ ਪਾਤਸ਼ਾਹ ਜੀ ਨੇ ਉਸ ਸਮੇਂ ਦੀ ਵੰਡ ਕਰਕੇ ਦੱਸਿਆ ਹੈ, ਘੜੀ ਮਹੂਰਤ ਸਿਮਰਤ ਪਲ ਵੰਝੇ। ਗਾ ਮਹੂਰਤ ਦੇ ਵਿੱਚ ਫਿਰ ਸਮਾਂ ਜਿਹੜਾ ਹੈ ਉਹ ਪਲਾਂ ਦੇ ਵਿੱਚ ਆ ਜਾਂਦਾ। ਜਿਵੇਂ ਤੁਹਾਡਾ ਹਫਤਾ, ਇੱਕ ਦਿਨ 24 ਘੰਟੇ, ਫਿਰ 24 ਘੰਟਿਆਂ ਛੋਟਾ 1 ਘੰਟਾ, ਘੰਟੇ ਤੋਂ ਛੋਟਾ ਉਸ ਦੇ ਵਿੱਚ ਫਿਰ ਘੜੀਆਂ ਬਣ ਗਈਆਂ। ਇੱਧਰ ਘੰਟੇ ਤੋਂ ਛੋਟੇ ਮਿੰਟ 60 ਮਿੰਟ, 60 ਮਿੰਟਾਂ ਵਿੱਚ ਸਭ ਤੋਂ ਛੋਟਾ 1 ਸਕਿੰਟ। ਅਤੇ ਜਿਹੜਾ ਸਕਿੰਟ ਹੈ ਇਹ ਪੁਰਾਣੇ ਸਮਿਆਂ ਵਿੱਚ ਪਲਾਂ ਦੇ ਪਲਕ, ਸਾਡੀ ਪਲਕ ਦਾ ਹੱਲਣਾ, ਇਹਦਾ ਹੱਲਣ ਜਿਹਨੇ ਸਮੇਂ ਨੂੰ ਪਲ ਸਮਝਿਆ। ਤਾਂ ਇਸ ਤਰ੍ਹਾਂ ਸਮੇਂ ਦੀ ਵੰਡ ਪੁਰਾਣੇ ਬਜ਼ੁਰਗਾਂ ਨੇ, ਰਿਸ਼ੀਆਂ ਮੁਨੀਆਂ ਨੇ ਇੱਦਾਂ ਕੀਤੀ ਅਤੇ ਸਾਇੰਸ ਨੇ ਇਸ ਨੂੰ ਫਿਰ ਇਸ ਤਰ੍ਹਾਂ ਘੰਟਿਆਂ, ਮਿੰਟਾਂ, ਸਕਿੰਟਾਂ ਵਿੱਚ ਵੰਡ ਲਿਆ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ ਭਲਿਓ, ਘੜੀ 24 ਮਿੰਟ, ਮੂਰਤ 12 ਮਿੰਟ, ਪਲ ਅੱਧੀ ਘੜੀ। ਇਸ ਤਰ੍ਹਾਂ ਜਦੋਂ ਵੀ ਜਪਿਆ ਜਾ, ਜਿੰਨਾ ਵੀ ਜਪਿਆ ਜਾਵੇ ਵੰਝੈ, ਜਦੋਂ ਵੀ ਉਹਦੇ ਨਾਲ ਜੁੜ ਜਾਵੇ ਜੀਵਨ ਸਫਲ ਤੇ ਥਾਈ ਜੀਓ, ਉਹਦੇ ਜ਼ਿੰਦਗੀ ਸਫਲ ਹੋ ਗਈ ਤੁਹਾਡੀ। ਸਿਮਰਤ ਨਾਮ, ਸਿਮਰਨ ਦੇ ਨਾਲ ਕੀ ਹੋਵੇਗਾ? ਕਿਉਂਕਿ ਬਾਣੀ ਸਾਰੀ ਸਵਾਲ ਜਵਾਬ ਹੈ। ਸਵਾਲ ਸਿੱਖ ਸੰਗਤਾਂ ਦੇ ਹੈ, ਜਵਾਬ ਗੁਰੂ ਦਿੰਦੇ ਨੇ। ਤਾਂ ਫਿਰ ਸਿੱਖਾਂ ਨੇ ਪੁੱਛਿਆ ਹੋਣਾ, ਮਹਾਰਾਜ ਇਹਦਾ ਫਾਇਦਾ ਕੀ ਹੋਵੇਗਾ ਸਾਨੂੰ ਪੜ੍ਹਨ ਦਾ, ਨਾਮ ਜਪਣ ਦਾ? ਤਾਂ ਪਾਤਸ਼ਾਹ ਕਹਿੰਦੇ ਜਿਹੜੇ ਜਨਮਾਂ ਜਨਮਾਂਤਰਾਂ ਦੇ ਦੋਸ਼ ਲੱਗੇ ਆ, ਪਾਪ ਹੈ, ਉਹ ਖਤਮ ਹੋ ਜਾਣਗੇ। ਭਰੀਆ ਹੱਥ ਪੈਰ ਤੰਡੇ, ਪਾਣੀ ਧੋਤਾ ਉਤਰ ਸਖੇਹ, ਮੋਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਆ ਉਹ ਧੋਏ, ਭਰੀਆ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਤਾਂ ਨਾਮ ਜਪਣ ਦੇ ਨਾਲ ਤੁਹਾਡੇ ਮਨ ਵਿੱਚੋਂ ਮੈਲ ਲੱਥ ਜੂ। ਹੁਣ ਇੱਥੇ ਕਿਹੜੀ ਮੈਲ ਹੈ ਦਿਮਾਗ ਦੇ ਵਿੱਚ? ਮਾੜੀ ਸੋਚ, ਮਾੜੇ ਖਿਆਲ, ਕਿਸੇ ਦੇ ਪ੍ਰਤੀ ਮਾੜਾ ਸੋਚਣਾ। ਕਿਉਂਕਿ ਪਹਿਲਾਂ ਅਸੀਂ ਸੋਚਦੇ ਹਾਂ, ਜਦੋਂ ਕਈ ਦਿਨ ਸੋਚੀ ਜਾਈਏ, ਸਾਡੇ ਦਿਮਾਗ 'ਚ ਕਈ ਦਿਨ ਗੱਲ ਚੱਲੀ ਜਾਵੇ, ਇੱਕ ਦਿਨ ਫਿਰ ਉਸ 'ਤੇ ਅਸੀਂ ਪ੍ਰੈਕਟੀਕਲ ਵੀ ਕਰ ਦਿੰਦੇ ਹਾਂ। ਬਦਲਾ ਲੈਣ ਦਾ ਮਾਨੋ ਦਿਮਾਗ ਦੇ ਵਿੱਚ ਫੁਰਨਾ ਚੱਲ ਰਿਹਾ, ਕਈ ਦਿਨ ਚੱਲਦਾ ਰਿਹਾ, ਕਈ ਦਿਨ ਚੱਲਦਾ ਰਿਹਾ, ਜਿੱਦੇ ਟੱਕਰ ਗਿਆ ਉੱਦਾਂ ਹੀ ਉਸ ਨੂੰ ਫਿਰ ਕੁੱਟ ਵੀ ਸਿੱਟਾਂਗੇ। ਕਹੋ ਸਤਨਾਮ। ਭਾਵ ਸਾਡੇ ਦਿਮਾਗ ਦੇ ਵਿੱਚ ਇਹ ਮੈਲ ਹੈ, ਇਹਨੂੰ ਮੈਲ ਕਿਹਾ ਮਹਾਂਪੁਰਸ਼ਾਂ ਨੇ। ਤਾਈਓ ਗੁਰੂ ਅਰਜਨ ਦੇਵ ਜੀ ਕਹਿੰਦੇ, ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਤੁਸੀਂ ਕਿਸੇ ਦਾ ਬੁਰਾ ਨਾ ਸੋਚੋ, ਤੁਹਾਡਾ ਕਦੇ ਬੁਰਾ ਨਹੀਂ ਹੋ ਸਕਦਾ। ਤਾਂ ਇਹ ਮੈਲ ਹੈ ਅੰਦਰਲੀ। ਤਾਂ ਮਹਾਂਪੁਰਸ਼ ਰਾਲਾ ਸਾਹਿਬ ਵਾਲੇ ਧਾਰਨਾ ਲਾਇਆ ਕਰਦੇ ਸੀ, ਤੇਰੇ ਮਨ ਦੀ ਮੈਲ ਨਾ ਜਾਵੇ ਨਹਾਉਂਦਾ ਫਿਰੇ ਤੀਰਥਾਂ 'ਤੇ। ਜੋ ਤੀਰਥਾਂ 'ਤੇ ਨਹਾਤਿਆਂ ਬਾਹਰਲੀ ਮੈਲ ਲੈਂਦੀ ਆ, ਪਰ ਜੇ ਕਿਤੇ ਤੀਰਥਾਂ 'ਤੇ ਕੋਈ ਰੱਬ ਦਾ ਪਿਆਰਾ ਮਿਲ ਜੇ, ਫਿਰ ਉਹ ਅੰਦਰਲੀ ਮੈਲ ਵੀ ਲਾਹ ਦਿੰਦਾ। ਕਹੋ ਸਤਨਾਮ ਸੀ। ਧੰਨ ਗੁਰੂ ਨਾਨਕ ਦੇਵ ਜੀ ਨੇ ਇਸੇ ਕਰਕੇ ਯਾਤਰਾ ਕੀਤੀ ਕਿ ਲੋਕ ਤੀਰਥਾਂ 'ਤੇ ਆਇਆ ਕਰਦੇ ਸੀ। ਹੁਣ ਕਿਸੇ ਦੇ ਘਰੇ ਜਾ ਕੇ ਸਮਝਾਉਣਾ ਹੋਰ ਗੱਲ ਹੈ, ਸਾਂਝੇ ਥਾਂ 'ਤੇ ਗੱਲ ਕਰਨੀ ਵਧੀਆ ਗੱਲ ਹੈ। ਤਾਂ ਲੋਕਾਂ ਦੀ ਆਦਤ ਸੀ ਸਮੇਂ ਸਮੇਂ 'ਤੇ ਸਾਲ ਛਮਾਹੀ, ਵਿਸਾਖੀ ਦੇ ਵਿੱਚ, ਹਾੜ੍ਹੀ ਦੇ ਵਿੱਚ ਆਪਣੀਆਂ ਫਸਲਾਂ ਨੂੰ ਸਾਂਭ ਕੇ ਗ੍ਰਸਤੀ ਲੋਕ ਵੀ ਆਪਣਾ ਸਮਾਂ ਕੱਢ ਕੇ ਤੀਰਥਾਂ 'ਤੇ ਜਾਇਆ ਕਰਦੇ ਸੀ। ਅਤੇ ਉੱਧਰੋਂ ਜਿਹੜੇ ਰਿਸ਼ੀ ਮੁਨੀ ਪਹਾੜਾਂ 'ਚ ਰਹਿੰਦੇ ਸੀ, ਰੱਬ ਦੇ ਨਾਲ ਇੱਕਮਿਕ ਹੋਏ ਹੋਏ, ਉਹ ਵੀ ਦਇਆ ਕਰਕੇ ਤੀਰਥਾਂ 'ਤੇ ਆ ਜਾਂਦੇ। ਉੱਥੇ ਦੋਨਾਂ ਦੇ ਮਿਲਾਪ ਹੁੰਦੇ ਅਤੇ ਉੱਥੇ ਗੱਲਬਾਤ ਚੱਲਦੀ।
ਉੱਥੋਂ ਕੋਈ ਰੱਬ ਦਾ ਸਿਮਰਨ ਭਜਨ ਬੰਦਗੀ ਜਾਣ ਕਰਕੇ ਗ੍ਰਸਤੀ ਜੀਵਨ ਘਰੇ ਆ ਜਾਂਦੇ ਤੇ ਆਪ ਦਾ ਰੱਬ ਰੱਬ ਕਰਦੇ ਸੀ। ਤਾਂ ਇਹ ਤੀਰਥਾਂ ਦੇ ਜਾਣ ਦਾ ਇਹੋ ਹੀ ਮਕਸਦ ਸੀਗਾ, ਕੇਵਲ ਨਹਾਉਣ ਜਾਣਾ ਨਹੀਂ ਸੀਗਾ ਗੰਗਾ ਤੇ। ਪਰ ਕਿਸੇ ਨੇ ਕਹਿਤਾ ਰਾਮ ਤੇਰੀ ਗੰਗਾ ਮੈਲੀ ਹੋ ਗਈ। ਕੀ ਹੋਇਆ? ਗੰਗਾ ਮੈਲੀ ਕਿਵੇਂ ਹੋ ਗਈ? ਪਾਣੀ ਗੰਦਲਾ ਹੋ ਗਿਆ? ਨਹੀਂ, ਗੰਗਾ ਤੇ ਰਹਿਣ ਵਾਲੇ ਕੁਝ ਲੋਕ ਪਖੰਡੀ ਪੈਦਾ ਹੋ ਗਏ, ਚੋਰ ਠੱਗ ਵੀ ਪੈਦਾ ਹੋ ਗਏ ਉੱਥੇ ਵਸਣ ਵਾਲੇ, ਕਿਉਂਕਿ ਜਨਤਾ ਦਾ ਸ਼ੋਸ਼ਣ ਕਰਨ ਵਾਲੇ ਵੀ ਉੱਥੇ ਵਸਣ ਲੱਗ ਪਏ। ਤੇ ਗੰਗਾ ਪ੍ਰਗਟ ਕਿਹਨੇ ਕੀਤੀ? ਰਿਸ਼ੀਆਂ ਮੁਨੀਆਂ ਨੇ। ਜਿਤਨੇ ਤੀਰਥ ਦੇਵੀ ਥਾਪੇ ਤਿਤਨੇ ਲੋਚੈ ਧੂਰ ਸਾਧੂ ਕੀ ਤਾਈ। ਉੱਥੇ ਰੱਬ ਦੇ ਪਿਆਰੇ ਬੈਠੇ ਤਾਂ ਉਹ ਗੰਗਾ ਦੁਨੀਆ 'ਚ ਮਸ਼ਹੂਰ ਹੋ ਗਈ। ਉਹੀ ਗੰਗਾ ਤੇ ਚੱਲਾਂਗੇ। ਹਰਿਦੁਆਰ ਗੰਗਾ, ਉੱਥੇ ਨਾ ਰਿਸ਼ੀ ਮੁਨੀ ਆਉਂਦੇ ਆ, ਮਿਲਾਂਗੇ ਉਹਨਾਂ ਨੂੰ। ਤੇ ਜਦੋਂ ਉੱਥੇ ਠੱਗ ਪੈਦਾ ਹੋ ਗਏ ਤੇ ਕਬੀਰ ਸਾਹਿਬ ਨੇ ਉਵੇਂ ਲਿਖਤਾ, ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ। ਇੱਕ ਭਾਉ ਲੱਥੀ ਨਹਾਤਿਆਂ ਦੋਏ ਭਾਉ ਚੜੀ ਅਸਹੋਰ। ਇੱਕ ਡਰ ਦੀ ਮੈਲ ਤਾਂ ਨਹਾ ਕੇ ਲਾ ਲਈ, ਵੀ ਜਿਹੜੇ ਮੈਥੋਂ ਪਾਪ ਹੋਏ ਸੀ ਮੈਂ ਗੰਗਾ ਵਿੱਚ ਧੋ ਦਿੱਤੇ ਨਹਾ ਕੇ। ਪਰ ਮੁੜਦਾ ਹੋਇਆ ਉੱਥੋਂ ਕਿਸੇ ਨਾਲ ਠੱਗੀ ਮਾਰਿਆ, ਕਿਸੇ ਦੀ ਚੋਰੀ ਕਰ ਲਿਆਇਆ, 2-4 ਪਾਪ ਹੋਰ ਚੜਾ ਲਿਆਇਆ, ਆ ਕੇ ਫਿਰ ਸ਼ੁਰੂ ਕਰਤੇ। ਇੱਕ ਭਾਉ ਹੁੰਦਾ ਡਰ, ਇੱਕ ਭਾਉ ਲੱਥੀ ਨਹਾਤਿਆਂ, ਇੱਕ ਭਾਉ ਲੈ ਗਿਆ ਮਾੜੇ ਕੰਮਾਂ ਦਾ। ਖਿਆਲ ਹੈ ਗੰਗਾ ਤੇ ਨਹਾ ਕੇ ਮੇਰੇ ਪਾਪ ਲੈ ਗਏ। ਤੁਸੀਂ ਫੁੱਲ ਪਾਉਣ ਜਾਂਦੇ ਹੋ ਨਾ, ਜਿਹੜੇ ਫੁੱਲਾਂ 'ਚ ਪੈਸੇ ਹੁੰਦੇ ਆ, ਤੁਸੀਂ ਕਈ ਵਾਰੀ ਹਿੰਦੂ ਲੋਕ ਜਾਂਦੇ ਆ ਜਿਹੜੇ ਫੁੱਲ ਪਾਉਣ ਹਰਿਦੁਆਰ, ਉਹ ਪੈਸੇ ਆਪਾਂ ਡਰਦੇ ਹਾਂ ਵੀ ਯਾਰ ਫੁੱਲਾਂ ਵਾਲੇ ਪੈਸੇ ਆਪਾਂ ਘਰੇ ਲੈ ਕੇ ਜਾਣੇ, ਇੱਥੇ ਦੇ ਦਿਓ ਕਿਸੇ ਗਰੀਬ ਨੂੰ। ਕਈ ਲੋਕ ਉਹ ਫੁੱਲਾਂ ਦੇ ਵਿੱਚੇ ਭਾਣ ਭੂਣ ਹੁੰਦੀ ਆ, ਨੋਟ ਨਾਲ ਹੁੰਦੇ ਆ, ਉਹ ਵਿੱਚੇ ਫੁੱਲਾਂ ਦੇ ਗੰਗਾ ਵਿੱਚ ਸਿੱਟ ਦਿੰਦੇ ਆ। ਤੇ ਪੰਡਿਤ ਲੋਕ ਉਹਨਾਂ ਨੂੰ ਸਮਾਰ ਕੇ ਗੰਗਾ ਵਿੱਚ ਧੋਂਦੇ ਆ ਚੱਕ ਕੇ। ਕਾਜ ਤਾਂ ਵੈਸੇ ਕੀ ਲੱਗਣਾ, ਭਰਮ ਹੀ ਹੈ। ਉਹਨਾਂ ਬਾਹਮਣਾਂ ਦੇ ਦਿਮਾਗ ਵਿੱਚ ਵੀ ਭਰਮ ਹੈ। ਆਪ ਡੁੱਬੇ ਚੌ ਵੇਦ ਮੇ ਚੇਲੇ ਦੀਏ ਬਹਾਏ, ਤੇ ਸਾਡੇ ਭਰਮਾਂ ਨੂੰ ਕਿੱਥੋਂ ਕੱਢ ਦੇਣਗੇ। ਤਾਂ ਉਹ ਫਿਰ ਉਸ ਗੰਗਾ ਦੇ ਵਗਦੇ ਪਾਣੀ 'ਚੋਂ ਜਿਹੜਾ ਸ਼ੀਸ਼ੇ ਵਾਂਗ ਚਮਕਦਾ ਥੱਲੇ ਤੱਕ ਦਿਸਦਾ ਹੈ, ਉਹਦੇ ਵਿੱਚੋਂ ਢਾਲੇ ਚੁੰਬਕ ਨਾਲ ਤੇ ਨੋਟ ਆਦਿ ਚੱਕ ਕੇ ਸਮਾਰ ਕੇ ਪਾਣੀ ਵਿੱਚ ਹਿਲਾ ਕੇ ਹੱਥ ਨਾਲ ਧੋ ਕੇ ਫਿਰ ਖੀਸੇ 'ਚ ਪਾ ਲੈਂਦੇ ਆ ਵੀ ਇਹ ਸਾਫ਼ ਹੋ ਗਏ। ਕਹੋ ਸਤਨ ਮਨ ਦਾ ਭਰਮ ਕੱਢ ਲਿਆ। ਅਸਲ ਦੇ ਵਿੱਚ ਜਿੰਨਾ ਚਿਰ ਮਨੁੱਖ ਸਹੀ ਰਸਤੇ ਨਹੀਂ ਚੱਲਦਾ ਉਹਨਾਂ ਚਿਰ ਗੱਲ ਨਹੀਂ ਬਣਨੀ। ਮੇਰੇ ਪ੍ਰੀਤਮ ਜੀ ਪੁੱਛਦੇ ਹਨ ਕਿ ਮਹਾਰਾਜ ਕਦੋਂ ਜਪੀਏ? ਪਾਤਸ਼ਾਹ ਕਹਿੰਦੇ ਜਦੋਂ ਜਪੋਗੇ ਉਹੀ ਵਧੀਆ ਸਮਾਂ। ਰਹਿਣ ਸੁਹਾਵੜੀ ਦਿਨ ਸੁਹੇਲਾ, ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ। ਘੜੀ ਮੋਟ ਸਿਮਰਤ ਪਲ ਵੰਝੇ, ਜੀਵਨ ਸਫਲ ਤਥਾਈ ਜੀਓ। ਇਹ ਜਪਣ ਨਾਲ ਕੀ ਹੋਵੇਗਾ? ਸਿਮਰਤ ਨਾਮ ਦੋਖ ਸਭ ਲਾਤੇ, ਨਾਮ ਸਿਮਰਦਿਆਂ ਤੇਰੇ ਫੁਰਨੇ ਬਦਲ ਜਾਣਗੇ। ਇਹੀ ਮੈਲ ਆ, ਮਾੜੀ ਸੋਚ ਖਤਮ ਹੋ ਜੂਗੀ। ਸੁਖੀ ਵਸੇ ਮਸਕੀਨੀਆਂ ਆਪ ਨਿਵਾਰ ਤਲੇ। ਸੁਖੀ ਹੋ ਜਾਏਗਾ ਨਿਮਾਣੇਪਣ ਚਾ ਕੇ, ਨਿਮਰਤਾ ਚਾ ਕੇ। ਜੋ ਦਿਮਾਗ ਦੇ ਵਿੱਚ ਕ੍ਰੋਧ ਆਉਂਦਾ ਸੀਗਾ ਕਿਸੇ ਦੁਸ਼ਮਣ ਨੂੰ ਦੇਖ ਕੇ, ਉਹ ਕ੍ਰੋਧ ਖਤਮ ਹੋ ਗਿਆ, ਕਿਉਂਕਿ ਅੰਦਰੋਂ ਦੁਸ਼ਮਣੀ ਕੱਢ ਦਿੱਤੀ ਆ। ਕੋ ਸਤਨਾਮ ਸ੍ਰੀ। ਜਿੰਨਾ ਚਿਰ ਦਿਮਾਗ ਦੇ ਵਿੱਚ ਦੁਸ਼ਮਣੀ ਆ ਉਨਾ ਚਿਰ ਕ੍ਰੋਧ ਵੀ ਆਊਗਾ। ਤੇ ਜਦੋਂ ਗੁਰੂ ਨੇ ਸਮਝਾ ਦਿੱਤਾ ਤਾਂ ਕ੍ਰੋਧ ਵੀ ਖਤਮ ਹੋ ਗਿਆ, ਤਾਂ ਅੰਦਰੋਂ ਸ਼ਾਂਤੀ ਵੀ ਵਰਤ ਗਈ, ਦੁਸ਼ਮਣੀ ਵੀ ਖਤਮ ਹੋ ਗਈ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਹਾ ਮੋ ਛੰਦਾ, ਤੂੰ ਸਭ ਕੁਛ ਮੈਨੂੰ ਸੌਂਪਿਆ ਤਾਂ ਜਾਂ ਤੇਰਾ ਬੰਦਾ। ਲੱਖ ਵੀ ਟੋਟ ਨਾ ਆਵੀ ਖਰਚ ਰਹੰਦਾ, ਇਹ ਵੈਰੀ ਮਿੱਤਰ ਸਭ ਕੀਤੇ ਆ। ਗੁਰੂ ਨੇ ਸਮਝਾਤਾ, ਅੰਦਰਲੇ ਫੁਰਨੇ ਬਦਲ ਲਏ। ਜਿਹੜੀਆਂ ਮੇਰੀਆਂ ਤਰੰਗਾਂ ਨਿਕਲਦੀਆਂ, ਜਿਹਦੇ ਬਾਰੇ ਸੋਚਦਾ ਉਹਦੇ ਅੰਦਰ ਵੀ ਤਰੰਗਾਂ ਨਿਕਲਦੀਆਂ, ਉਹਦੇ ਅੰਦਰ ਵੀ ਉਹੀ ਤਰੰਗਾਂ ਪੈਦਾ ਹੋ ਜਾਂਦੀਆਂ ਜਿਹੜੀਆਂ ਮੈਂ ਆਪਦੇ ਦਿਮਾਗ 'ਚੋਂ ਕੱਢਦਾ। ਮੈਂ ਦੁਸ਼ਮਣੀ ਦੀਆਂ ਕੱਢਦਾ, ਉੱਧਰੋਂ ਉਹ ਦੁਸ਼ਮਣੀ ਦੀਆਂ ਕੱਢ ਲੈਂਦਾ। ਮੈਂ ਖਿਆਲ ਛੱਡਦਾ ਸੋਚਣ ਦਾ ਦੁਸ਼ਮਣੀ ਬਾਰੇ, ਉਹਦੇ ਅੰਦਰ ਵੀ ਖਤਮ ਹੋ ਗਿਆ, ਉਹ ਵੀ ਮਿਲਣ ਨੂੰ ਤਿਆਰ ਹੋ ਗਿਆ। ਕੋ ਸਤਨਾਮ ਸ੍ਰੀ। ਇਹ ਤਰੰਗਾਂ ਹੈ, ਲਹਿਰ ਹੈ। ਇੱਕ ਬਾਣੀਆ, ਇੱਕ ਸੇਠ, ਜਿਹਦੇ ਕੋਲ ਕਾਫੀ ਸਾਰਾ ਚੰਦਨ ਪਿਆ ਪਰ ਵਿਕਦਾ ਨਹੀਂ। ਮਨ ਪੱਕਾ ਅੰਦਰ ਚੰਦਨ ਪਿਆ ਪਰ ਕੋਈ ਲੈ ਕੇ ਨਹੀਂ ਜਾਂਦਾ, ਮਹਿੰਗਾ ਬਹੁਤ ਹੋ ਗਿਆ, ਕੌਣ ਲਵੇ। ਹੁਣ ਉਹ ਬਾਣੀਆ ਸੋਚਦਾ ਹੈ, ਦੁਕਾਨ 'ਤੇ ਬੈਠਾ
ਵੀ ਯਾਰ ਇਹ ਚੰਦਨ ਵਿਕ ਨਹੀਂ ਰਿਹਾ, ਹੁਣ ਕੋਈ ਰਾਜਾ ਮਹਾਰਾਜਾ ਭਾਵੇਂ ਲੈ ਲੇ, ਜਦੋਂ ਅਕਬਰ ਮਰੇਗਾ ਉਦੋਂ ਇਹ ਭਾਵੇਂ ਵਿਕ ਜੇ ਮੇਰਾ ਚੰਦਨ, ਫਿਰ ਵਜ਼ੀਰ ਲਿਜਾ ਕੇ ਉਹਦੇ ਉੱਤੇ ਪਾ ਦੇਣਗੇ, ਸਾਰਾ ਮਚਾ ਦੇਣਗੇ। ਇੱਧਰ ਇਹ ਸੋਚਦਾ ਅਕਬਰ ਮਰੇ, ਉਧਰ ਅਕਬਰ ਕਿਤੇ ਉਹਦੇ ਬਾਰ ਚੋਂ ਟੱਪਿਆ, ਦੁਕਾਨ ਦੇ ਬਾਜ਼ਾਰ ਚੋਂ। ਇਹਨੇ ਸੋਚਿਆ ਵੀ ਅਕਬਰ ਮਰੂਗਾ ਫਿਰ ਮੇਰਾ ਮਨ ਪੱਕਾ ਚੰਦਨ ਪਿਆ ਇਹ ਵਿਕ ਜੂਗਾ, ਪੈਸੇ ਵੱਟੇ ਜਾਣਗੇ। ਕਿਤੇ ਕਹਿੰਦੇ ਅਕਬਰ ਬੀਰਬਲ ਨਾਲ ਘੋੜੇ ਤੇ ਬੈਠ ਕੇ ਜਾਂ ਰੱਥ ਉੱਤੇ ਬੈਠ ਕੇ ਉੱਥੋਂ ਲੰਘਿਆ ਤੇ ਐਨ ਉਸੇ ਦੁਕਾਨ ਦੇ ਸਾਹਮਣੇ ਆ ਕੇ ਫੁਰਨਾ ਬਣਿਆ। ਕਹਿੰਦਾ ਬੀਰਬਲ ਇਹ ਦੁਕਾਨ ਕਿਹਦੀ ਆ? ਇਹ ਜੀ ਫਲਾਣੇ ਸੇਠ ਦੀ ਆ। ਅੱਛਾ, ਇਹ ਢਵਾ ਇਹ ਬਾਹਲੀ ਅੱਗੇ ਵਧਾ ਕੇ ਬਣਾਈ ਹੋਈ ਹੈ ਇਸਨੇ, ਇਹਨੂੰ ਢਵਾ ਦੇ। ਸਤ ਬਚਨ ਜੀ। ਵਜ਼ੀਰ ਮੌਕੇ ਤਾਂ ਹੀ ਕਹਿੰਦੇ ਨੇ, ਮਗਰੋਂ ਵੇਖਦੇ ਕੀ ਕਰਨਾ। ਮੌਕੇ 'ਤੇ ਰਾਜੇ ਨੂੰ ਜਵਾਬ ਨਹੀਂ ਦਿੰਦੇ, ਕਹਿੰਦੇ ਠੀਕ ਹੈ ਜੀ ਢਵਾ ਦਿੰਦੇ ਆ, ਇਹ ਗਾਂਹ ਵਧਾਈ ਹੋਈ ਆ ਦੁਕਾਨ ਇਸ ਨੇ, ਇਹਨੂੰ ਢਵਾ ਦੇ ਅੱਗੋਂ। ਕਹਿੰਦਾ ਜੀ ਠੀਕ ਆ। ਬੀਰਬਲ ਜਾ ਕੇ ਜਦੋਂ ਇਕੱਲਾ ਗਿਆ ਉਹਦੇ ਕੋਲੇ, ਕਹਿੰਦੇ ਸੇਠ ਜੀ ਰਾਜੇ ਦਾ ਹੁਕਮ ਆਇਆ ਤੁਹਾਡੀ ਦੁਕਾਨ ਢਾਉਣੀ ਆ। ਉਹ ਕਹਿੰਦਾ ਨਾ ਮਹਾਰਾਜ ਐਂ ਨਾ ਕਰੋ। ਕਹਿੰਦੇ ਵੇਖ ਕੇ ਦੁਕਾਨ ਢਾਉਣੀ ਪੈਣੀ ਹੈ, ਰਾਜੇ ਦਾ ਹੁਕਮ ਹੈ। ਸੇਠ ਮਿੰਨਤਾਂ ਕਰਦਾ ਵੀ ਨਹੀਂ ਮਹਾਰਾਜ। ਹੁਣ ਬੀਰਬਲ ਵੀ ਇਹਨਾਂ ਚੀਜ਼ਾਂ ਨੂੰ ਜਾਣਦਾ ਹੋਊਗਾ, ਉਹ ਕਹਿਣ ਲੱਗਿਆ ਤੂੰ ਰਾਜੇ ਦੇ ਬਾਰੇ ਕੁਛ ਸੋਚਦਾ? ਕਹਿੰਦਾ ਨਹੀਂ। ਕਹਿੰਦੇ ਜ਼ਰੂਰ ਸੋਚਿਆ ਹੋਊਗਾ। ਕਹਿੰਦੇ ਯਾਰ ਉਹ ਚੰਦਨ ਪਿਆ ਸੀ ਮਨ ਪੱਕਾ ਘਰੇ ਦੁਕਾਨ 'ਚ, ਉਹ ਵਿਕਿਆ ਨਹੀਂ। ਮੈਂ ਸੋਚਿਆ ਇਹ ਵਿਕਦਾ ਨਹੀਂ, ਕੋਈ ਰਾਜਾ ਰੂਜਾ ਮਰੇ ਤੇ ਉੱਥੇ ਪਾਇਆ ਜਾਵੇ। ਕੋ ਸਤਨਾਮ ਸ੍ਰੀ। ਕਹਿੰਦੇ ਬਸ ਹਾਈ ਤੇਰਾ ਫੁਰਨਾ ਉਹ ਰਾਜੇ ਦੇ ਦਿਮਾਗ 'ਚ ਪਹੁੰਚ ਗਿਆ ਤੇ ਰਾਜੇ ਨੇ ਤੇਰੀ ਦੁਕਾਨ ਢਵਾਉਣ ਦੀ ਗੱਲ ਕਰਤੀ। ਤੂੰ ਉਹਨੂੰ ਮਰਨਾ ਭਾਲਦਾ, ਉਹ ਤੇਰੀ ਦੁਕਾਨ ਢਵਾਊਗਾ। ਕਹਿੰਦਾ ਨਾ ਨਾ ਮੈਂ ਨਹੀਂ ਮੁੜ ਕੇ ਇੱਦਾਂ ਸੋਚ ਰਿਹਾ। ਕਹਿੰਦੇ ਦਿਮਾਗ 'ਚੋਂ ਕੱਢ ਦੇ ਖਿਆਲ ਵੀ ਜਿਹੜਾ ਮੇਰਾ ਵਿਆਹ ਚੰਦਨ ਹੈ ਉਹ ਰਾਜੇ ਅਕਬਰ ਦੀ ਚਿਖਾ 'ਚ ਜਾਂ ਉਹ ਜਿੱਥੇ ਦਫਨਾਇਆ ਜਾਵੇਗਾ ਉੱਥੇ ਪਾਇਆ ਜਾਵੇਗਾ। ਕਹੋ ਸਤਨਾਮ ਸ੍ਰੀ। ਇਹ ਦਿਮਾਗ 'ਚੋਂ ਫੁਰਨਾ ਕੱਢ ਦੇ। ਕਹਿੰਦਾ ਜੀ ਅੱਜ ਹੀ ਕੱਢਿਆ। ਕਹਿੰਦੇ ਇੱਦੋਂ ਮੁੜ ਕੇ ਸੋਚੀ ਵੀ ਨਾ ਵੀ ਰਾਜਾ ਮਰੂਗਾ ਫਿਰ ਇਹ ਜਿਹੜਾ ਮੇਰਾ ਚੰਦਨ ਹੈ ਇਹ ਵਿਕ ਜੂਗਾ। ਕਹਿੰਦਾ ਜੀ ਨਹੀਂ ਸੋਚਦਾ। ਕਈ ਦਿਨ ਬਤੀਤ ਹੋਏ, ਹੁਣ ਉਹਨੇ ਸੋਚਣਾ ਬੰਦ ਕਰਤਾ। ਰਾਜੇ ਦੇ ਅੰਦਰ ਤਰੰਗਾ, ਹੁਣ ਮੈਂ ਫੋਨ ਲਾਈ ਜਾਊਂਗਾ ਤੇ ਤੁਹਾਡੇ ਘੰਟੀ ਵੱਜੀ ਜਾਊਗੀ, ਜੇ ਮੈਂ ਲਾਊਂਗਾ ਨਹੀਂ ਘੰਟੀ ਕਿੱਥੋਂ ਵੱਜੂਗੀ। ਕਹੋ ਸਤਨਾਮ ਸ੍ਰੀ। ਉਹਨੇ ਸੋਚਣਾ ਬੰਦ ਕਰਤਾ, ਰਾਜੇ ਦੇ ਅੰਦਰ ਤਰੰਗਾਂ ਜਾਣੀਆਂ ਬੰਦ ਹੋ ਗਈਆਂ। ਇੱਕ ਦਿਨ ਰਾਜਾ ਉੱਥੋਂ ਦੀ ਲੰਘਿਆ, ਕਹਿੰਦੇ ਬੀਰਬਲ ਦੁਕਾਨ ਢਵਾਈ ਨਹੀਂ। ਕਹਿੰਦੇ ਜੀ ਕਿਹਾ ਤਾਂ ਸੀਗਾ। ਚੱਲ ਕਹਿੰਦੇ ਰਹਿਣ ਦੇ, ਸੋਹਣੀ ਲੱਗਦੀ ਹੈ ਵੈਸੇ, ਕੋਈ ਗੱਲ ਨਹੀਂ, ਨਾ ਹੀ ਢਾਉਣੀ, ਰੋਕਦੇ ਨਹੀਂ ਢਾਉਣੀ ਇਹਨਾਂ ਨੂੰ। ਚੱਲ ਠੀਕ ਹੈ ਜੀ। ਸਤ ਬਚਨ ਭਾਵ ਇਹ ਚੀਜ਼ਾਂ ਗੁਰੂ ਸਾਹਿਬ ਨੇ ਟੈਲੀਪੈਥੀ ਇਹਨੂੰ ਕਹਿੰਦੇ ਆ, ਗੁਰੂ ਸਾਹਿਬ ਨੇ ਫੜੀ ਆ। ਇਸ ਟੈਲੀਪੈਥੀ ਨੂੰ ਫੜ ਕੇ ਪਾਤਸ਼ਾਹ ਨੇ ਸ਼ਬਦ ਉਚਾਰਿਆ, ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਇਹਨੂੰ ਕਹਿੰਦੇ ਆ ਸਾਡੀਆਂ ਤਰੰਗਾਂ, ਵਾਈਬ੍ਰੇਸ਼ਨ, ਲਹਿਰਾਂ ਦਿਮਾਗ 'ਚੋਂ ਨਿਕਲਦੀਆਂ, ਜਿਹਦੇ ਬਾਰੇ ਸੋਚਦੇ ਆ ਉਹਦੇ ਨਾਲ ਟਕਰਾਉਂਦੀਆਂ, ਉਹਦੇ ਅੰਦਰੋਂ ਉਹੋ ਜਿਹੀਆਂ ਤਰੰਗਾਂ ਸਾਡੇ ਬਾਰੇ ਉੱਠਦੀਆਂ। ਕਹੋ ਸਤਨਾਮ ਸ੍ਰੀ। ਤੇ ਜਦ ਸਿਮਰਨ ਕਰਾਂਗੇ ਇਹਨਾਂ ਦਾ ਖਾਤਮਾ ਹੋ ਜਾਂਦਾ ਹੈ। ਸਿੱਖਾਂ ਨੇ ਪੁੱਛਿਆ ਜੀ ਫਿਰ ਕੀ ਹੋਵੇਗਾ? ਸਿਮਰਤ ਨਾਮ ਦੋਖ ਸਭ ਲਾਥੇ। ਸਿਮਰਨ ਕਰਿਆ ਤੇਰੀ ਮੱਤ ਬਦਲ ਜੂਗੀ, ਤੇਰੇ ਔਗਣ ਖਤਮ ਹੋ ਜਾਣਗੇ, ਦੋਖ ਔਗਣ ਖਤਮ ਹੋ ਜਾਣਗੇ। ਅੰਤਰ ਬਾਹਰ ਹਰ ਪ੍ਰਭ ਸਾਥੇ। ਫਿਰ ਤੈਨੂੰ ਹਰ ਥਾਂ ਤੇ ਰੱਬ ਦਿਖਾਈ ਦੇਵੇਗਾ। ਜਾਂ ਤੂੰ ਦੁਸ਼ਮਣ ਵਿੱਚੋਂ ਰੱਬ ਦੇਖੇਗਾ, ਫਿਰ ਤੈਨੂੰ ਦੁਸ਼ਮਣ ਰੱਬ ਦੇਖੂਗਾ। ਕਹੋ ਸਤਨਾਮ ਸਿੰਘ। ਬਾਬਾ ਕਨ੍ਹਈਆ, ਭਾਈ ਕਨ੍ਹਈਆ ਜੀ, ਹੁਣ ਜੰਗ ਦਾ ਮੈਦਾਨ ਹੈ, ਵਿੱਚ ਮੁਗਲ ਦੁਸ਼ਮਣ ਹੈ, ਪਰ ਉਹ ਦੁਸ਼ਮਣ ਭਾਈ ਕਨ੍ਹਈਏ ਨੂੰ ਕੁਛ ਨਹੀਂ ਕਹਿੰਦੇ। ਕਿਉਂ? ਵੀ ਉਹ ਪਾਣੀ ਪਿਆਉਂਦਾ? ਨਹੀਂ, ਉਹਨੇ ਦਿਮਾਗ 'ਚੋਂ ਮਾੜਾ ਸੋਚਣਾ ਹੀ ਬੰਦ ਕਰ ਦਿੱਤਾ। ਕਹੋ ਸਤਨਾਮ ਸਿੰਘ। ਤੁਸੀਂ ਬੱਚਾ ਕਿਸੇ ਦਾ ਵੀ ਹੋਵੇ, ਚਿੜੀ ਦਾ ਛੋਟਾ ਬੋਟ ਡਿੱਗਿਆ ਪਿਆ ਹੋਵੇ, ਅਸੀਂ ਚੱਕ ਕੇ ਉਹਨੂੰ ਹੱਥ 'ਤੇ ਰੱਖ ਲੈਂਦੇ ਹਾਂ, ਵਿਚਾਰਾ ਡਿੱਗ ਪਿਆ। ਬੱਕਰੀ ਦਾ ਬੱਚਾ ਹੋਵੇ, ਸੋਹਣਾ ਲੱਗਦਾ ਹੈ, ਮੇਮਣਾ ਨਿੱਕਾ। ਮਨੁੱਖ ਦਾ ਬੱਚਾ ਹੋਵੇ, ਛੋਟਾ ਬੱਚਾ, ਸਾਨੂੰ ਕਿੰਨਾ ਚੰਗਾ ਲੱਗਦਾ ਹੈ। ਇਹਦਾ ਕਾਰਨ ਕੀ ਹੈ?
बच्चा क्यों चंगा लगता है वड्डियां नालों? क्योंकि बच्चे के दिमाग विच किसी दे परथाए माड़ा फुरना नहीं हुंदा, फिर साडे अंदर माड़ा फुरना उहदे परथाए किवें आ जाऊगा? कोई सतनाम श्री। बच्चा सब दे वल मुस्कुराउंदा है, सब नूं प्यार करना चाहुंदा, उहदे दिमाग 'च इसे प्रति ईरखा दोई दवैत हजे इन्हां तत्तां ने उठना नहीं कीता, तो वह सब नूं चंगा सोचदा ते असीं भी बच्चे नूं चंगा समझदे हां। इहदा भी यही कारण है। तो बाबा जी कहंदे जदों तू सिमरेगा अमृत वेले उठ के, रैन सुहावड़ी दिन से सुहेला, जप अमृत नाम संत संग मेला, घड़ी मूर्त सिमरत पल वंझे, जीवन सफल तिथाई जियो, तेरा जीवन सफला हो जाऊगा। दिने जप रात नूं जप, जिन्ना भी जपेगा उन्ना ही ला है। एक घड़ी आधी हूँ पण आद, संगत सेती गोष्ठे संतन सेती गोष्ठे, जो किन्ने सो लाभ। संत मिले कि सुनिया कही है, मिले संत मस्त कर रही है, बाबा बोलना क्या कही है। जे कोई रब दा प्यारा मिले तो गलबात करो, जे कोई दूजा मिल जाए फिर तुसी राम राम ही करी जाओ, वैगुरू कर लो आपदा, ਉਹਦੇ ਨਾਲ की बोलना। मूर्ख स्यों बोले झख मारी। इस करके प्रीतम जी कहते भलिओ जिन्ना भी जप लोगे उन्ना ही फायदा है। अंतर बाहर हर प्रभ साथे, जब जपोगे तो साडा दिमाग सैट हो गया तो तुहानू हर थां ते हरी नाल दिखाई देवेगा। फिर की होवेगा? भै पौ भरमुख होया गुर पूरे, देखा सबनी थाई जियो। पूरे गुरु ने यह डर ही खत्म कर दिता। गुरु प्यारिओ असी डरदे हां शेरां तो, ते शेर डरदे आ साडे तो। असी सप तो डर जाने हाँ, तुरंत उन्होंने मारन की सोचते हाँ। सप साडे डर जाता है, वो सानू मारन की सोचन लग जाता है। ये टैलीपैथी उत्थे भी चलती है। कहो सतनाम श्री। पर धन गुरु नानक देव जी मरदाने समेत गुजरात के जंगल च गए, वो सारा नगर अपना सारा जंगल ही शेरां दा भरिया होया सीगा। थे मरदाने ने घूमते शेर वेखे, कहते बाबा जी किधर आ गए, आ तो खा जाएंगे। कहते वो नहीं खाते। मन वसे आवे नानका जे पूर्ण कृपा होए, जिन्हें अपने फुरनिया से कंट्रोल कर लिया वो डर भी खत्म हो जाएंगे। बाबा जी कहते नहीं खाते, फिर की करिए हुण? कहते बह जा, रबाब बजा, आप शब्द गाने आ। कहो सतनाम श्री। बैठ के दरख्त हेठा मरदाना जी ने रबाब बजाई, बाबा जी ने शब्द गाना शुरू किया। वो शेर तुहाडे वांगू मूहरे आके बैठन लग पे। उन्हां विचों कहंदे एक शेर नूं सतगुरां ने बुला लिया। पातशाह कहंदे की हाल है तुहाडा? वो शेर कहना बुरा ही हाल आ। कहंदे क्यों? कहंदे भुखे मरदे आ, जिन्ने जंगल के जानवर सी सब खा गए, हुण भोजन ही नहीं मिलता सानू कितों। अच्छा आ कईयां दे कन्न है नहीं, कईयां दियां पूछां है नहीं। कहते जदों कोई आलसी जा हो जाता है उन्होंने असी मार के खा जाने, नहीं तो कन पट के खा जाने। कहो सतनाम। भुख तो लगती है, भुख तो मिटाउनी है, हुण शेरां ने तो मांस ही खाना। पातशाह कह लगे फिर तो साडा उधार कर दिए। कहते वो शेर कह लगे जी करो, ठीक है, फिर तुसी हुण किसी का नुकसान नहीं करना, तुसी अज तो मांस खाना बंद कर दो, शरीर छड्ड जाओगे, फिर 10वें जामे जाके साडे सिंह बनोगे। कहो सतनाम। वो सिंह तखालस पहले जामे शेरां नूं भी हुक्म दिता सीगा, तुसीं 10वें जामे जाके साडे सिख बनोगे, भाव मनुखा जन्म धारोगे, फिर तुहानूं मैं दोबारा सिंह बनाऊँगा आपदे। तो जदों ही उस जंगल नूं पार करके बाबा जी अगले नगर पहुँचे, पिंड वासियों ने वेख्या भी आ 2-3 बंदे जंगल च तुरे आउंदे, बच किवें गए शेरां तो? है तो कोई साध। पिंड वासी पूछते हैं महाराज तुसीं इधरों जंगल विच दी आए हो? हाँ। इधर शेर बहुत सीगे, असीं रात नूं पहरा दिंने आ, कोठे ते असीं सौने आ, उत्ते बंदूखां रख के सौने आ। जदों कोई शेर इधर आउंदा दिसदा असीं गोली दा खड़का करदे आ चला के, फिर पुट्ठे मुड़ जांदे आ। ओह बाबा जी कहते हुण नहीं आउणगे, उन्हां दा भला करता, हुण नहीं आउंदे, वो तुहानूं कुछ नहीं कहंदे,
ਤੁਸੀਂ ਗੋਲੀ ਨਹੀਂ ਚਲਾਉਣੀ, ਕਹੋ ਸਤਨਾਮ। ਉਹ ਤੁਹਾਨੂੰ ਕੁਛ ਨਹੀਂ ਕਹਿੰਦੇ, ਤੁਸੀਂ ਉਹਨਾਂ ਨੂੰ ਕੁਛ ਨਹੀਂ ਕਹਿਣਾਗਾ। ਤੋ ਇਹ ਹੈ ਸਾਡੇ ਦਿਮਾਗ ਦੇ ਵਿੱਚ ਪੈਦਾ ਹੋਣ ਵਾਲੀਆਂ ਤਰੰਗਾਂ। ਜਦੋਂ ਇੱਥੇ ਨਾਮ ਦੀਆਂ ਤਰੰਗਾਂ ਪੈਦਾ ਹੋ ਗਈਆਂ, ਫਿਰ ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਬੈਰ। ਪ੍ਰੀਤਮ ਜੀ ਕਹਿੰਦੇ ਭੈ ਭਉ ਡਰ ਖਤਮ। ਭੈ ਭਉ ਦੋਨੇ ਤਰ੍ਹਾਂ ਦੇ ਡਰ ਖਤਮ, ਭਰਮ ਭੁਲੇਖੇ ਇਹ ਵੀ ਖਤਮ। ਕਿਹਨੇ ਖਤਮ ਕੀਤੇ? ਖੋਇਆ ਗੁਰ ਪੂਰੇ, ਪੂਰੇ ਗੁਰੂ ਨੇ। ਦੇਖਾਂ ਸਭਨੀ ਜਾਈ ਜੀਓ, ਹੁਣ ਤਾਂ ਹਰ ਥਾਂ ਤੇ ਨਾਮਦੇਵ ਜੀ ਦੇ ਨਿਆਈ। ਅੱਗ ਦੇ ਵਿੱਚੋਂ ਵੀ ਉਹ ਦਿਸਦਾ, ਥਾਣੇਦਾਰ ਦੇ ਵਿੱਚੋਂ ਵੀ ਕ੍ਰਿਸ਼ਨ ਦਿਸਦਾ ਉਹਨਾਂ ਨੂੰ। ਕੁੱਤਾ ਆ ਗਿਆ ਘਰ, ਰੋਟੀ ਚੱਕ ਕੇ ਲੈ ਗਿਆ, ਕਹਿੰਦਾ ਠਾਕੁਰ ਰੁੱਖੀ ਨਾ ਖਾਇਓ, ਆਪਣਾ ਬਾਂਟਾ ਲੈ ਕੇ ਜਾਇਓ, ਘਿਓ ਵੀ ਲੈ ਜਾਓ ਰੋਟੀਆਂ ਤੇ ਲਾਉਣ ਵਾਸਤੇ। ਇਸ ਕਰਕੇ ਦਿਸੈ ਸਭਨੀ ਥਾਈ ਜੀਓ, ਦੇਖਾਂ ਸਭਨੀ ਜਾਈ ਜੀਓ, ਹੁਣ ਹਰ ਥਾਂ ਤੇ ਮੈਨੂੰ ਤੂੰ ਦਿਸਦਾ ਹੈ। ਪ੍ਰਭ ਸਮਰੱਥ ਵੱਡ ਊਚੀ ਅਪਾਰਾ। ਇਹ ਸਿਮਰਨ ਦਾ ਹੋਰ ਕੀ ਫਾਇਦਾ ਹੋਊਗਾ ਕਿ ਤੁਹਾਡੀ ਵੱਡੇ ਦੇ ਨਾਲ ਦੋਸਤੀ ਬਣ ਜਾਊਗੀ। ਸਮਰੱਥ ਹੁੰਦਾ ਜਿਹੜਾ ਸਭ ਕੁਝ ਕਰ ਸਕੇ, ਉਹ ਕੇਵਲ ਪਰਮੇਸ਼ਰ ਹੈ ਜਾਂ ਗੁਰੂ ਹੈ। ਤਾਂ ਸਮਰੱਥ ਦੇ ਨਾਲ ਤੁਹਾਡੀ ਬਣਿਆ ਹੀ ਦੋਸਤੀ ਪੈ ਗਈ, ਉਹਦੇ ਘਰੋਂ ਫਿਰ ਤੁਹਾਨੂੰ ਕੀ ਮਿਲੇਗਾ? ਨੌ ਨਿਧ ਨਾਮ ਭਰੇ ਭੰਡਾਰਾ, ਸਾਰੇ ਖਜ਼ਾਨੇ ਭਰ ਦੇਵੇਗਾ ਨਾਮ ਦੀਆਂ ਦਾਤਾਂ ਦੇ ਕੇ। ਆਦ ਅੰਤ ਮੱਧ ਪ੍ਰਭ ਸੋਈ, ਦੂਜਾ ਲਵੈ ਨਾ ਲਾਈ ਜੀਓ। ਹੁਣ ਹਰ ਥਾਂ ਤੇ ਪਰਮੇਸ਼ਰ ਦਾ ਵਾਸਾ ਦਿਖਾਈ ਦਿੰਦਾ ਹੈ। ਤੇ ਨਾਲੇ ਸਿੱਖੋ, ਜੇ ਅਸੀਂ ਸੰਸਾਰ ਤੋਂ ਮੰਗੀਏ ਤੇ ਉਹ ਦੇ ਵੀ ਦੇਵੇ ਤੇ 50 ਵਾਰੀ ਯਾਦ ਕਰਾਊਗਾ। ਪਰ ਇਹ ਸਮਰੱਥ ਐਸਾ ਹੈ, ਇਹ ਤੋਂ ਜੋ ਮੰਗੋਗੇ ਮਿਲੇਗਾ। ਦੇਂਦਾ ਦੇ, ਲੈਂਦੇ ਥੱਕ ਪਾਈ। ਦੁਬਾਰੇ ਯਾਦ ਨਹੀਂ ਕਰਾਉਂਦਾ ਕਿ ਮੈਂ ਤੈਨੂੰ ਦਿੱਤਾ ਸੀ। ਕਦੇ ਪਿਓ ਨੇ ਪੁੱਤ ਨੂੰ ਕਿਹਾ ਕਿ ਮੈਂ ਤੈਨੂੰ ਲਿਆ ਕੇ ਦਿੰਦਾ। ਇਸੇ ਤਰ੍ਹਾਂ ਪਰਮੇਸ਼ਰ ਸਾਡਾ ਬਾਪ ਹੈ, ਉਹ ਸਾਨੂੰ ਪਾਲਦਾ। ਉਹਦੇ ਨਾਲ ਜੁੜੀਏ। ਤੇਰੇ ਜਨਮ ਤੋਂ ਪਹਿਲਾਂ ਵੀ ਉਹ ਸੀਗਾ, ਅੱਜ ਵੀ ਉਹ ਹੈ, ਤੇਰੇ ਮਰਨ ਤੋਂ ਬਾਅਦ ਵੀ ਤੈਨੂੰ ਉਹ ਸੰਭਾਲੇਗਾ। ਹੋਰ ਤੈਨੂੰ ਸੰਭਾਲਣ ਵਾਲਾ ਕੋਈ ਨਹੀਂ ਹੈ। ਜੇ ਸੰਸਾਰ ਤੋਂ ਮੰਗੀਏ ਕਿ ਉਹ 50 ਵਾਰੀ ਸਾਨੂੰ ਸ਼ਰਮ ਦੇਊਗਾ, ਪਰ ਰੱਬ ਤੋਂ ਮੰਗੀਏ, ਪਾਤਸ਼ਾਹ ਜੀ ਕਹਿੰਦੇ ਆਦਿ ਅੰਤ ਮੱਧ ਪ੍ਰਭ ਸੋਈ, ਦੂਜਾ ਲਵੈ ਨਾ ਲਾਈ ਜੀਓ। ਔਰ ਕੋਈ ਸਾਨੂੰ ਲਵੇ ਲਾਉਣ ਵਾਲਾ ਨਹੀਂ। ਬਿਪਤਾ ਪਈ ਤੋਂ ਤਾਂ ਆਪਦੇ ਘਰ ਦੇ ਵੀ ਛੱਡ ਜਾਂਦੇ ਨੇ। ਪੁਰਾਣੇ ਸਮਿਆਂ ਵਿੱਚ ਕੋਹੜ ਹੋ ਜਾਂਦਾ ਸੀਗਾ ਤੇ ਪਰਿਵਾਰ ਦੇ ਮੈਂਬਰ ਜਿਹਨੂੰ ਕੋਹੜ ਹੁੰਦਾ ਸੀਗਾ, ਉਹਨੂੰ ਖੇਤਾਂ ਵਿੱਚ ਝੌਂਪੜੀ ਪਾ ਕੇ ਬਿਠਾਏ ਆਉਂਦੇ। ਉੱਥੇ ਮਿੱਟੀ ਦੇ ਭਾਂਡੇ ਰੱਖ ਦਿੰਦੇ, ਉਹਨਾਂ ਵਿੱਚ ਹੀ ਦਾਲ ਪਾਣੀ ਪਾਏ ਆਉਂਦੇ। ਉੱਥੇ ਬੈਠਾ ਉਹ ਖਾਈ ਜਾਂਦਾ। ਕਹੋ ਸਤਨਾਮ ਸ੍ਰੀ। ਐਸਾ ਕੋਹੜੀ ਬਾਬੇ ਨਾਨਕ ਨੂੰ ਵੀ ਮਿਲਿਆ। ਤੇ ਬਾਬਾ ਜੀ ਨੇ ਉੱਥੇ ਬਹਿ ਕੇ ਸ਼ਬਦ ਗਾਇਆ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਲਰਾਏ। ਪਰਮੇਸ਼ਰ ਨੂੰ ਵਿਸਾਰਨਾ, ਬਾਣੀ ਨੂੰ ਵਿਸਾਰਨਾ ਵੀ ਇਹ ਕੋਹੜ ਵਰਗੀ ਬਿਮਾਰੀ ਹੈ। ਇੱਕ ਵੱਡਾ ਰੋਗੀ ਹੈ ਇਹ ਵੀ। ਇੱਕ ਸਾਚੇ ਨਾਮ ਕੀ ਲਾਗੈ ਭੁੱਖ ਤਾਂ ਤੰਦਰੁਸਤ ਆ, ਜੇ ਨਹੀਂ ਲੱਗਦੀ ਤਾਂ ਬਿਮਾਰ ਆ। ਤੇ ਵੱਡੀ ਬਿਮਾਰੀ ਇਹੀ ਆ। ਅਖੀਰਲੀਆਂ ਪੰਕਤੀਆਂ ਵਿੱਚ ਬਾਬਾ ਜੀ ਕਹਿੰਦੇ ਹਰ ਥਾਂ 'ਤੇ ਉਹਦਾ ਵਾਸਾ ਹੈ। ਆਓ ਉਹਨੂੰ ਬੇਨਤੀ ਕਰੀਏ, ਉਸ ਤੋਂ ਬਗੈਰ ਸਾਨੂੰ ਲਵੇ ਲਾਉਣ ਵਾਲਾ ਕੋਈ ਨਹੀਂ। ਕਿਵੇਂ ਕਰੀਏ ਮਹਾਰਾਜ? ਤੇ ਪਾਤਸ਼ਾਹ ਫਿਰ ਅੱਗੇ ਸਾਨੂੰ ਅਰਦਾਸ ਬੇਨਤੀ ਕਰਨ ਦਾ ਢੰਗ ਦੱਸਦੇ ਆ। ਕਰ ਕਿਰਪਾ ਮੇਰੇ ਦੀਨ ਦਿਆਲਾ, ਜਾਚੈ ਸਾਦਰ ਵਾਲਾ। ਕੀ ਮੰਗੀਏ ਗੁਰੂ ਕੋਲੋਂ? ਸਹੀ ਪਿਆਰਿਆ ਮੇਲ, ਜਿੰਨਾ ਮੇਰਿਆ ਤੇਰਾ ਨਾਮ ਚਿੱਤੇ ਆਵੇ। ਸਾਡੇ ਤੇ ਕਿਰਪਾ ਕਰ, ਸਾਨੂੰ ਤੇਰੇ ਪਿਆਰਿਆਂ ਦੀ ਚਰਨ ਧੂੜ ਬਖਸ਼ੋ। ਦੇਹ ਦਾਨ ਨਾਨਕ ਜਨ ਮੰਗੈ, ਬਸ ਇਹ ਕਿਰਪਾ ਕਰ ਦੇ। ਸਦਾ ਸਦਾ ਹਰ ਧਿਆਈ ਜੀਓ, ਮੈਂ ਹਰ ਵੇਲੇ ਹਰੀ ਨੂੰ ਸਿਮਰਦਾ ਰਹਾਂ। ਹੇ ਗੁਰੂ ਮੇਰੇ ਤੇ ਕਿਰਪਾ ਕਰ ਦੇ। ਇਸੀ ਪਵਿੱਤਰ ਸ਼ਬਦ ਦੀ ਵਿਚਾਰ ਜਦੋਂ ਐਸੀ ਬੇਨਤੀ ਕੀਤੀ, ਪਰਮੇਸ਼ਰ ਨੇ ਕਿਰਪਾ ਕੀਤੀ। ਪਰਮੇਸ਼ਰ ਦੇ ਦਰਸ਼ਨ ਹੋਣ ਲੱਗੇ, ਭਾਵ ਉਹਦੀ ਅਨੁਭਵ ਹੋਣ ਲੱਗੇ ਆ, ਫੀਲਿੰਗ ਹੋਣ ਲੱਗੀ। ਫਿਰ ਸਿੱਖ ਕੀ ਕਹਿੰਦਾ? ਗੁਰੂ ਅਰਜਨ ਦੇਵ ਜੀ ਅਗਲਾ ਸ਼ਬਦ ਉਚਾਰਦੇ ਆ। ਫਿਰ ਉਹ ਕਹਿੰਦਾ ਇੱਥੇ ਤੂੰ ਹੈ, ਆਗੇ ਆਪੇ
जी जंत्र सब तेरे थापे, तुद बिन अवर न कोई करते, मैं तर ओट तुम्हारी जियो। समझ आ गई ना। फिर इदां दी वर्डिंग साडी अंदरों निकलनी आ, जिद्दां दी पातशाह गुरु अर्जन देव जी के अंदरों निकल रही आ। अगला शब्द जिहड़ा ये आपां इहदी विचार कल नूं सरवण करांगे। हुण इत्थे रोकण दी आग्या बख्शो। बोलदियां नेकां अखर बाद घाट हो जांदे, सिख संगतां ते सतगुरु बख्शण योग है, बख्श लैना जी। समाप्ति करिए। मिलाओ फतेह पाओ फतेह। वाहिगुरु जी का खालसा, वाहिगुरु जी की फतेह। वाहिगुरु।